ਅਜੋਕੇ ਸਮੇਂ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਲੋਕਾਂ ਨੂੰ ਆਉਂਦੀਆਂ ਨੇ। ਉਹਨਾਂ ਲਈ ਸਾਨੂੰ ਕੁਦਰਤ ਨੇ ਇੰਨਾ ਕੁਝ ਦਿੱਤਾ ਆ ਕਿ ਸਾਨੂੰ ਬਹੁਤੀਆਂ ਦਵਾਈਆਂ ਦੀ ਜ਼ਰੂਰਤ ਸ਼ਾਇਦ ਨਹੀਂ ਪੈਂਦੀ। ਪਰ ਕਹਿੰਦੇ ਨੇ ਕਿ ਜਦੋਂ ਕੋਈ ਮਾਰਗ ਦੱਸਣ ਵਾਲਾ ਹੋਵੇ ਤੇ ਫਿਰ ਅਸੀਂ ਉਸ ਮਾਰਗ 'ਤੇ ਤੁਰੀਏ ਤਾਂ ਅਸੀਂ ਪਰਫੈਕਟ ਪਹੁੰਚਦੇ ਹਾਂ, ਯਾਨੀ ਕਿ ਸਹੀ ਮਾਰਗ ਚੁਣਦੇ ਹਾਂ ਤਾਂ ਸਹੀ ਮੰਜ਼ਿਲ ਤੱਕ ਪਹੁੰਚਦੇ ਹਾਂ। ਅਤੇ ਅਜਿਹੇ ਮਾਰਗਦਰਸ਼ਕ ਸਾਡੇ ਕੋਲ ਡਾਕਟਰ ਜੋਗਿੰਦਰ ਟਾਈਗਰ, ਜਿਨ੍ਹਾਂ ਦੇ ਕੋਲੋਂ ਲੋਕਾਂ ਦੇ ਅਨੇਕਾਂ ਸਵਾਲ ਹੁੰਦੇ ਨੇ। ਅੱਜ ਵੀ ਇਹਨਾਂ ਦੇ ਫਨ ਵਿਲਾ ਦੇ ਵਿੱਚ ਬਹੁਤ ਜ਼ਿਆਦਾ ਰਸ਼ ਸੀਗਾ ਅਤੇ ਹੁਣ ਪੇਸ਼ੈਂਟਸ ਨੂੰ ਦੇਖ ਕੇ ਮੈਂ ਅੱਜ ਡਾਕਟਰ ਸਾਹਿਬ ਨੂੰ ਕਹਿ ਰਿਹਾ ਸੀ ਅੱਜ ਬੜਾ ਚਿਹਰਾ ਤੁਹਾਡਾ ਫਰੈਸ਼ ਦਿਖਦਾ। ਕਹਿੰਦੇ ਅੱਜ ਕਹਿੰਦੇ ਕੋਈ ਪੇਸ਼ੈਂਟ ਨਹੀਂ ਬਚਿਆ ਹੋਇਆ ਇਸ ਵੇਲੇ, ਤੈਨੂੰ ਬੁਲਾਈ ਉਸ ਸਮੇਂ 'ਤੇ ਸੀਗਾ। ਅਤੇ ਇਹਨਾਂ ਦੇ ਜਿਹੜਾ ਚਿਹਰਾ ਸੀ ਜੀ, ਚਿਹਰੇ ਦੇ ਉੱਤੇ ਇੰਨੀ ਕੁ ਜ਼ਿਆਦਾ ਰੌਣਕ ਸੀ ਅਤੇ ਮੈਂ ਕਿਹਾ ਡਾਕਟਰ ਸਾਹਿਬ ਆਪਾਂ ਕਿਉਂ ਨਾ ਅੱਜ ਚਮੜੀ 'ਤੇ ਸਕਿਨ 'ਤੇ ਹੀ ਕਰ ਲਈਏ, ਵੀ ਤੁਹਾਡੇ ਚਿਹਰੇ 'ਤੇ ਇੰਨੀ ਰੌਣਕ ਹੈ। ਅਤੇ ਡਾਕਟਰ ਸਾਹਿਬ ਵੀ ਖੁਸ਼ ਹੋ ਗਏ। ਅੱਜ ਅਸੀਂ ਸਕਿਨ ਦੇ ਰੋਗਾਂ ਬਾਰੇ ਟੇਕ ਕੇਅਰ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ। ਪਹਿਲਾਂ ਸਵਾਗਤ ਕਰਦੇ ਹਾਂ ਡਾਕਟਰ ਜੋਗਿੰਦਰ ਟਾਈਗਰ ਜੀ ਦਾ। ਡਾਕਟਰ ਸਾਹਿਬ ਸਵਾਗਤ ਹੈ ਜੀ। ਧੰਨਵਾਦ ਜੀ, ਤੁਸੀਂ ਮੈਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤਾ ਅਤੇ ਤੁਸੀਂ ਮੈਨੂੰ ਲੋਕਾਂ ਦੇ ਰੂਬਰੂ ਵੀ ਕਰੋਗੇ, ਇਹ ਮੈਨੂੰ ਚੰਗਾ ਲੱਗੂਗਾ। ਡਾਕਟਰ ਸਾਹਿਬ ਸਕਿਨ ਦੇ ਉੱਤੇ ਪਹਿਲਾਂ ਇਹ ਦੱਸੋ ਵੀ ਚਿਹਰੇ ਦੇ ਉੱਤੇ ਨੂਰ ਹੈ ਤੁਹਾਡੇ ਬਹੁਤ ਜੀ, ਕੀ ਰਾਜ਼ ਹੈ ਜੀ? ਇਹਦਾ ਦੇਖੋ ਜੀ, ਇੱਕ ਆਯੁਰਵੇਦ ਦੇ ਵਿੱਚ ਇੱਕ ਬਹੁਤ ਸੋਹਣੀ ਗੱਲ ਕਹਿੰਦੇ ਨੇ, ਆਚਾਰ ਵਿਹਾਰ ਔਰ ਸੋਚ। ਥੋੜਾ ਖਾਣਾ, ਬਿਹੇਵ ਕਰਨਾ ਅਤੇ ਥੋੜ੍ਹੀ ਸੋਚ ਕੈਸੀ, ਇਹ ਤਿੰਨ ਚੀਜ਼ਾਂ ਨੇ। ਜਦੋਂ ਇਹ ਤਿੰਨ ਚੀਜ਼ਾਂ ਡਿਸਟਰਬ ਹੁੰਦੀਆਂ ਨੇ, ਆਯੁਰਵੇਦ ਦੇ ਵਿੱਚ ਤਿੰਨ ਚੀਜ਼ਾਂ ਖਾਸ ਕਰਕੇ, ਤਿੰਨ ਦੋਸ਼ ਜਿਹਨੂੰ ਗੁਣ ਕਹਿੰਦੇ ਨੇ, ਵਾਤ, ਪਿੱਤ ਤੇ ਕਫ, ਇਹ ਤਿੰਨੇ ਹੀ ਡਿਸਟਰਬ ਹੁੰਦੇ ਨੇ। ਤਿੰਨਾਂ ਨਾਲ ਹੀ ਸਾਡਾ ਬੋਡੀ ਸਿਸਟਮ ਚੱਲਦਾ, ਠੀਕ ਹੈ ਨਹੀਂ? ਸਾਡੇ ਬੋਡੀ ਸਿਸਟਮ ਦੇ ਵਿੱਚ ਜਿਵੇਂ ਹੁਣ ਤੁਸੀਂ ਵਾਤ ਦੀ ਗੱਲ ਕਰੋਗੇ, ਵਾਤ ਨੂੰ ਅਸੀਂ ਕਹਾਂਗੇ ਮਦਰ ਹੈ, ਜਿਹੜੀ ਪਾਲਦੀ ਹੈ ਸਾਨੂੰ। ਜਿਹੜੀ ਪਿੱਤ ਹੈ ਉਹ ਸਾਨੂੰ ਚਲਾਉਂਦਾ ਇੱਧਰ ਉੱਧਰ ਅਤੇ ਸਾਡੇ 'ਚ ਐਨਰਜੀ ਪੈਦਾ ਕਰਦਾ, ਉਹ ਸਾਡਾ ਬਾਪ ਹੈ। ਜਿਹੜੀ ਅੱਗੇ ਕਫ ਹੈਗੀ ਹੈ, ਉਹ ਅਸੀਂ ਕਹਾਂਗੇ ਸਾਡੀ ਦਾਦੀ ਪੜਦਾਦੀ ਹੈ, ਸਾਨੂੰ ਬੰਨ੍ਹ ਕੇ ਰੱਖਦੇ ਨੇ। ਇਹ ਤਿੰਨ ਚੀਜ਼ਾਂ ਨੇ। ਜਦੋਂ ਇਹ ਤਿੰਨ ਚੀਜ਼ਾਂ ਮਿਕਦਾਰ 'ਚ ਹੁੰਦੀਆਂ ਨੇ, ਉਦੋਂ ਨਾ ਤੁਹਾਨੂੰ ਕਬਜੀ ਹੁੰਦੀ ਹੈ, ਨਾ ਗੈਸ ਹੁੰਦੀ ਹੈ, ਨਾ ਕੌਂਸਟੀਪੇਸ਼ਨ ਹੁੰਦੀ ਹੈ। ਇਕੱਲੀ ਸਕਿਨ ਦੀ ਬਿਮਾਰੀ ਨਹੀਂ, ਨਾ ਹੀ ਬੋਡੀ ਨਾਲ ਰਿਲੇਟਡ ਆਰਥਰਾਈਟਸ ਹੁੰਦਾ, ਨਾ ਆਸਟੀਓਆਰਥਰਾਈਟਸ ਹੁੰਦਾ, ਨਾ ਬਲੱਡ ਕੈਂਸਰ ਹੁੰਦਾ, ਨਾ ਕੈਂਸਰ ਹੁੰਦਾ। ਜਦੋਂ ਵੀ ਬੋਡੀ ਦੇ ਵਿੱਚ ਕਿਸੇ ਡਿਜ਼ੀਜ਼ ਨੇ, ਕਿਸੇ ਬਿਮਾਰੀ ਨੇ ਪੈਦਾ ਹੋਣਾ, ਉਦੋਂ ਇਹ ਤਿੰਨ ਦੋਸ਼ਾਂ ਦੇ ਵਿੱਚੋਂ ਕੋਈ ਨਾ ਕੋਈ ਦੋਸ਼ ਡਿਸਟਰਬ ਹੁੰਦਾ। ਜਿਹੜਾ ਦੋਸ਼ ਡਿਸਟਰਬ ਹੁੰਦਾ ਉਹਦੀ ਫਿਰ ਜਾਂ ਉਹ ਕਰਦਾ ਜਾਂ ਉਹਦੀ ਡੋਮੀਨੇਸ਼ਨ ਹੈ, ਉਸ ਮੁਤਾਬਕ ਸਾਡੀ ਬੋਡੀ ਵਿੱਚ ਰੋਗ ਆਉਂਦੇ ਨੇ। ਸਕਿਨ ਦਾ ਵੀ ਇਹੀ ਹਾਲ ਹੈਗਾ। ਜਿਵੇਂ ਦੇਖੋ ਤੁਹਾਡੇ ਬੋਡੀ ਦੇ ਵਿੱਚ ਵਾਤ ਰੋਗ ਵੱਜ, ਜਿਹਨੂੰ ਵਾਯੂ ਕਹਿੰਦੇ ਆ, ਉਹ ਕੀ ਕਰਦਾ ਹੈਗਾ? ਉਹ ਸਰਕੂਲੇਟ ਕਰਦਾ ਬੋਡੀ ਦੇ ਵਿੱਚ। ਹਵਾ ਜਦੋਂ ਚੱਲਦੀ ਹੈ ਤਾਂ ਤੁਸੀਂ ਦੇਖਿਆ ਉਹਨਾਂ ਸਾਡੇ ਵੱਡੇ ਵੱਡੇ ਸਰੋਵਰ, ਸਾਡੀਆਂ ਨਦੀਆਂ ਨਾਲਿਆਂ ਦਾ ਪਾਣੀ ਵੀ ਸੁੱਕਣ ਲੱਗ ਜਾਂਦਾ। ਅਤੇ ਜਦੋਂ ਵਾਤ ਰੋਗ ਸਾਡੀ ਬੋਡੀ ਵਿੱਚ ਵੱਧਦਾ ਹੈ ਤਾਂ ਸਾਡੀ ਸਕਿਨ ਦੇ ਵਿੱਚ ਕੀ ਹੁੰਦਾ? ਆਟੋਮੈਟਿਕ ਕੀ ਹੁੰਦਾ? ਖੁਸ਼ਕੀ ਆ ਜਾਂਦੀ ਹੈ। ਖੁਸ਼ਕੀ ਰੋਗ ਇੱਥੇ ਸ਼ੁਰੂ ਹੋ ਜਾਂਦਾ। ਜਦੋਂ ਸਾਡੇ ਵਿੱਚ ਅੱਗੇ ਪਿੱਤ ਰੋਗ ਵੱਧਦਾ ਹੈ। ਪਿੱਤ ਕੀ ਹੈਗਾ? ਪਿੱਤ ਦਾ ਅਸਲੀ ਮੀਨਿੰਗ ਹੈਗਾ ਗਰਮੀ ਜਾਂ ਅਗਨੀ। ਅਗਨੀ ਜਦੋਂ ਵੀ ਕਿਤੇ ਅਗਨੀ ਦਾ ਪ੍ਰਕੋਪ ਹੁੰਦਾ ਹੈ, ਜਿਵੇਂ ਤੁਸੀਂ ਦੁੱਧ ਥੱਲੇ ਅਗਨੀ ਉਬਾਲ ਦਿਓ, ਪਾਣੀ ਥੱਲੇ ਉਬਾਲ ਦਿਓ, ਕਿਸੇ ਵੀ ਥੱਲੇ ਅਗਨੀ ਬਾਲ ਦਿਓ, ਪਾਣੀ ਵੈਪੋਰੇਟ ਹੋ ਕੇ ਬਾਹਰ ਆਉਣ ਲੱਗ ਜੂ, ਹੈ ਨਾ ਜੀ? ਅਤੇ ਦੁੱਧ ਬਾਹਰ ਹੋਣ ਲੱਗ ਜੂਗਾ। ਉਹ ਫਿਰ ਜਿਹੜੀਆਂ ਜਿਵੇਂ ਉਹ ਜਿੰਨੀਆਂ ਗਰਮੀ ਵਾਲੀਆਂ ਚੀਜ਼ਾਂ ਨੇ ਸਰੀਰ ਤੋਂ ਬਾਹਰ ਆਉਂਦੀਆਂ ਨੇ, ਉਹ 'ਚ ਫੋੜੇ ਨੇ, ਫਿੰਸੀਆਂ ਨੇ, ਮੁਹਾਸੇ ਨੇ, ਕਿੱਲ ਨੇ, ਉਹ ਇਹਨਾਂ ਦੀ ਦੇਣ ਨੇ, ਗਰਮੀ ਦੀ ਦੇਣ, ਠੀਕ ਹੈ ਜੀ? ਉਸ ਤੋਂ ਵਿੱਚ ਕਫ ਦੇ ਨਾਲ ਸਾਡਾ ਕੀ ਹੁੰਦਾ ਹੈ ਕਿ ਸਾਡੀ ਸਕਿਨ ਜਿਹੜੀ ਹੈ ਸਲੱਗਸ਼ ਹੋ ਜਾਂਦੀ, ਕਿਉਂਕਿ ਉਹਨੇ ਬੰਨਣਾ। ਜਦੋਂ ਕਫ ਦੇ ਨਾਲ ਸਕਿਨ ਸਲੱਗਸ਼ ਹੁੰਦੀ ਹੈ, ਉਦੋਂ ਉਹਦੀ ਸਰਕੂਲੇਸ਼ਨ ਸਲੋ ਹੁੰਦੀ ਹੈ। ਉਹਦੀ ਸਲੋ ਸਰਕੂਲੇਸ਼ਨ ਦੇ ਵਿੱਚੋਂ ਫਿਰ ਸਕਿਨ ਦੀਆਂ ਕਈ ਕਿਸਮ ਦੀਆਂ ਡਿਜ਼ੀਜ਼ ਪੈਦਾ ਹੁੰਦੀਆਂ ਨੇ। ਉਹਨਾਂ ਦੇ ਵਿੱਚੋਂ ਜਿਹੜੇ ਕਫ ਦੇ ਮੁਹਾਸੇ ਨੇ ਉਹ ਹੋਰ ਤਰ੍ਹਾਂ ਦੇ ਨੇ, ਪਿੱਤ ਦੇ ਹੋਰ ਤਰ੍ਹਾਂ ਦੇ ਨੇ। ਜਿਹੜੀ ਡਰਾਈਨੈਸ ਹੈਗੀ ਸਕਿਨ ਦੀ, ਉਹ ਉਹਦੇ ਕਰਕੇ ਬਾਤ ਕਰਕੇ ਹੋਰ ਤਰ੍ਹਾਂ ਦੀ ਹੈ। ਪਰ ਜਿਹੜੀ ਕਫ ਹੈ, ਕਫ ਕਰਕੇ ਜੇ ਉਹ ਤ੍ਰਿਉਤੀ 'ਚ ਹੁੰਦੀ ਹੈ, ਉਹਦੇ ਕਰਕੇ ਸਕਿਨ ਸਾਡੀ ਫਿਰ ਜਿਹੜੀ ਹੈਗੀ ਮੋਟੀ ਹੋ ਜਾਂਦੀ ਹੈ। ਮੋਟੀ ਕਰਕੇ ਉਹਦੇ 'ਚੋਂ ਸਰਕੂਲੇਸ਼ਨ ਘੱਟ ਜਾਂਦਾ ਹੈ, ਫਿਰ ਸਾਨੂੰ ਸਕਿਨ ਦੇ ਵਿੱਚ ਖੁਜਲੀ ਦੀ ਬਿਮਾਰੀਆਂ ਵੀ ਲੱਗ ਜਾਂਦੀਆਂ ਜੀ। ਡਾਕਟਰ ਸਾਹਿਬ ਅਸੀਂ ਕਈ ਬਿਮਾਰੀਆਂ ਛੋਟੀਆਂ ਛੋਟੀਆਂ ਹੁੰਦੀਆਂ ਨੇ ਸਕਿਨ ਦੀਆਂ, ਭਾਵੇਂ ਉਹਨਾਂ ਬਾਰੇ ਗੱਲਬਾਤ ਕਰਾਂਗੇ, ਜਿੱਦਾਂ ਸਨਬਰਨ ਹੋ ਗਏ ਜਾਂ ਚਿਹਰੇ ਦੇ ਉੱਤੇ ਉਹ ਹੋ ਜਾਂਦੇ ਆ ਜਵਾਨੀ ਦੇ ਵਿੱਚ ਤਾਂ ਕਹਿੰਦੇ ਜੀ ਕਿੱਲ ਹੋ ਜਾਂਦੇ ਆ, ਅਤੇ ਬੁਢਾਪੇ 'ਚ ਝੁਰੜੀਆਂ ਪੈ ਜਾਂਦੀਆਂ।
ਔਰਤਾਂ ਨੂੰ ਖਾਸ ਕਰਕੇ ਸਾਡੀਆਂ ਭੈਣਾਂ ਨੂੰ ਬਹੁਤ ਜ਼ਿਆਦਾ ਫਿਕਰ ਹੁੰਦਾ ਆ ਜੀ, ਜਵਾਨੀ ਵੇਲੇ ਵੀ ਤੇ ਬੁਢੇਪੇ ਵੇਲੇ ਵੀ। ਇਹ ਸਿੱਕਰੀ ਹੋ ਗਈ ਜੀ ਸਿਰ 'ਚ, ਇਹਨਾਂ ਸਾਰੀਆਂ ਗੱਲਾਂ ਬਾਰੇ ਗੱਲ ਕਰਾਂਗੇ। ਜਿਹੜੀ ਤੁਸੀਂ ਗੱਲ ਕੀਤੀ ਹੈ ਵਾਤ, ਪਿੱਤ ਤੇ ਕਫ ਦੀ ਜੀ, ਕੀ ਇਹੀ ਕੁਦਰਤੀ ਇਲਾਜ ਹੈ ਇੱਕ, ਜਾਂ ਕੋਈ ਹੋਰ ਕੁਦਰਤੀ ਇਲਾਜ ਹੈ ਜਿਹਦੇ ਨਾਲ ਅਸੀਂ ਇਹਨਾਂ ਨੂੰ ਕੰਟਰੋਲ ਕਰੀਏ? ਕੁਦਰਤੀ ਇਲਾਜ ਨਹੀਂ ਹੈਗਾ, ਇਹ ਸਾਡੀ ਬੋਡੀ ਦਾ ਆਚਾਰ ਵਿਹਾਰ ਤੇ ਸੋਚ ਹੈ। ਇਹ ਆਚਾਰ ਵਿਹਾਰ ਤੇ ਸੋਚ ਸਾਡੀ ਉਨੇ ਹੀ ਬੈਲੈਂਸਡ ਰਹਿੰਦੀ ਹੈ ਜਿੰਨੇ ਇਹ ਤਿੰਨੇ ਦੋਸ਼ ਬੈਲੈਂਸਡ ਰਹਿੰਦੇ ਨੇ। ਜਦੋਂ ਤਿੰਨੇ ਜੋ ਦੋਸ਼ ਬੈਲੈਂਸਡ ਨੇ, ਸਾਡੀ ਸੋਚ, ਅਪਰੋਚ, ਖਾਣਾ ਪੀਣਾ, ਹਾਜਮਾ, ਸਾਡੀ ਕੌਨਸਟੀਪੇਸ਼ਨ, ਸਾਡੀ ਗੈਸ, ਸਾਡੇ ਜੁਆਇੰਟ, ਸਾਡੀਆਂ ਸਾਰੀਆਂ ਚੀਜ਼ਾਂ, ਸਾਡੀ ਨਿਗਾਹ, ਸਾਡੇ ਦੇਖਣ ਦਾ ਢੰਗ, ਗੱਲਬਾਤ ਕਰਨ ਦਾ ਢੰਗ, ਈਵਨ ਸਾਡੀਆਂ ਬ੍ਰੇਨ ਦੀਆਂ ਬਿਮਾਰੀਆਂ, ਸਾਡੀ ਗੱਲਬਾਤ ਦੀ ਸਾਡੀ ਬੈਲੈਂਸਡ ਅਪਰੋਚ, ਇਹ ਚੀਜ਼ਾਂ ਨਾਲ ਜੁੜੀ ਹੋਈ ਹੈ। ਜਦੋਂ ਅਸੀਂ ਬਰੀਕੀ ਤੱਕ ਜਾਵਾਂਗੇ, ਆਯੁਰਵੇਦ ਨੂੰ ਪੜ੍ਹੋ, ਆਯੁਰਵੇਦ ਇਹੀ ਕਹਿ ਰਿਹਾ ਕਿ ਦੁਨੀਆ ਦੇ ਵਿੱਚ ਜਦੋਂ ਵੀ ਕੋਈ ਪ੍ਰੋਬਲਮ ਆਉਣੀ ਹੈ, ਈਵਨ ਕੋਸਮੋਸ ਦੇ ਵਿੱਚ ਵੀ ਪ੍ਰੋਬਲਮ ਕਦੋਂ ਆਉਂਦੀ ਹੈ? ਹੁਣ ਸਾਡੇ ਖੇਤਾਂ ਦੇ ਵਿੱਚ ਕੀ, ਜੇ ਬਰਸਾਤ ਜ਼ਿਆਦਾ ਹੋ ਗਈ ਕੀ ਵੀ ਹੁਣ ਗਾਰਾ ਜ਼ਿਆਦਾ ਬਣ ਜਾਊਗਾ, ਉਹ ਜੜ੍ਹਾਂ ਖਰਾਬ ਹੋਣ ਲੱਗ ਜਾਣਗੀਆਂ। ਜੇ ਬਰਸਾਤ ਘੱਟ ਹੋ ਗਈ, ਡਰਾਈਨੈਸ ਹੋ ਜੂ, ਫਸਲ ਜਿਹੜੀ ਹੈਗੀ ਹੈ ਵੈਸੇ ਖੁਸ਼ਕੀ ਜਾ ਜੂਗੀ ਉਹਦੇ 'ਚ। ਜੇ ਉਹਦੇ 'ਚ ਹੀਟ ਜ਼ਿਆਦਾ ਹੋ ਗਈ ਤਾਂ ਉਹਦੀਆਂ ਜੜ੍ਹਾਂ ਹੀਟ ਨਾਲ ਸੜ ਜਾਣਗੀਆਂ। ਤਾਂ ਐਵੇਂ ਇਹ ਸਾਰਾ ਕੁਝ ਕੁਦਰਤ ਦੇ ਵਿੱਚ ਵੀ ਉਵੇਂ ਵਾਪਰਦਾ ਹੈ, ਉਹੀ ਸਾਡੇ ਨਾਲ ਵਾਪਰਦਾ। ਠੀਕ ਹੈ, ਜੈਸਾ ਪਿੰਡੇ, ਜੈਸਾ ਬ੍ਰਹਮੰਡੇ ਵੈਸਾ ਪਿੰਡੇ। ਜੈਸਾ ਬ੍ਰਹਮ ਦੇ ਵਿੱਚ ਸਾਰਾ ਕੁਝ ਵਾਪਰਦਾ, ਉਹੀ ਸਾਡੇ ਪਿੰਡ 'ਚ ਹੈ, ਉਹੀ ਸਾਡੇ ਸਰੀਰ ਦੇ ਵਿੱਚ ਹੈ। ਸਾਡਾ ਸਰੀਰ ਇੱਕ ਪਿੰਡ ਹੈ, ਸਾਡਾ ਸਰੀਰ ਇੱਕ ਪਲੈਨਟ ਹੈ। ਕੁਦਰਤ ਦੇ ਵਿੱਚ ਜਿੰਨੇ ਜੀਵ ਜੰਤੂ ਨੇ, ਚੰਦ ਸਿਤਾਰਿਆਂ ਤੋਂ ਲੈ ਕੇ, ਕੀੜੀ ਤੋਂ ਲੈ ਕੇ, ਮੱਛਰ ਤੋਂ ਲੈ ਕੇ, ਇਹ ਆਪਣੇ ਆਪ 'ਚ ਇੰਡੀਪੈਂਡੈਂਟ ਇੰਟਰਲਿੰਕਡ ਪਲੈਨਟ ਨੇ। ਹਰ ਪਲੈਨਟ ਆਪਦੇ ਔਰਬਿਟ ਦੇ ਵਿੱਚ ਕੰਮ ਕਰ ਰਿਹਾ। ਉਹਦੇ ਔਰਬਿਟ ਦੇ ਵਿੱਚ ਕੰਮ ਕਰਨ ਲਈ ਇੱਕ ਇੰਡੀਪੈਂਡੈਂਟ ਅਪਰੋਚ ਤੇ ਉਹਦਾ ਖਾਣਾ ਪੀਣਾ ਉਹਨੂੰ ਜ਼ਿੰਦਗੀ ਦੇ ਵਿੱਚ ਸਰਵਾਈਵ ਕਰਨ ਦੀ ਸਾਰੀ એનર્ਜੀ ਦਿੰਦਾ ਹੈ। ਇਹ ਜਦੋਂ ਅਸੀਂ ਖਾਣਾ ਪੀਣਾ ਆਪਦਾ ਠੀਕ ਨਹੀਂ ਰੱਖਦੇ, ਸੋਚ ਠੀਕ ਨਹੀਂ ਰੱਖਦੇ, ਪਹਿਲੀ ਸੋਚ ਤਾਂ ਤੁਹਾਡੀ ਖਾਣੇ ਨਾਲ ਹੈ। ਖਾਣਾ ਠੀਕ ਹੈ ਤਾਂ ਤੁਹਾਡਾ ਲੋਕਾਂ ਨਾਲ ਵਿਹਾਰ ਠੀਕ ਹੈ, ਕਿਉਂਕਿ ਜੇ ਲੋੜ ਤੋਂ ਵੱਧ એનર્ਜੀ ਹੈ ਜਾਂ ਤੁਸੀਂ ਭੁੱਖੇ ਬੈਠੇ ਹੋ, એનર્ਜੀ ਨਹੀਂ ਹੈਗੀ, ਤਾਂ ਵਿਹਾਰ ਕਿਵੇਂ ਕਰੋਗੇ? ਜਦੋਂ ਤੁਹਾਡਾ ਵਿਹਾਰ ਠੀਕ ਹੈ ਤਾਂ ਤੁਹਾਡੀ ਸੋਚ ਠੀਕ ਹੈ, ਕਿਉਂਕਿ ਐਕਟ ਰਿਐਕਟ ਉਹਦੇ ਵਿੱਚ ਹੋਣਾ। ਇਸ ਕਰਕੇ ਕਿੰਨੀ ਸਾਰੀਆਂ ਚੀਜ਼ਾਂ ਇੰਟਰਲਿੰਕਡ ਨੇ ਇਹ। ਜੀ ਜੀ। ਤੇ ਡਾਕਟਰ ਸਾਹਿਬ, ਚਮੜੀ ਦੇ ਜਿੰਨੇ ਰੋਗ ਹੁੰਦੇ ਨੇ ਜੀ, ਪਹਿਲੀ ਗੱਲ ਤਾਂ ਜੇ ਤਿੰਨੇ ਚੀਜ਼ਾਂ ਬੈਲੈਂਸ ਹੋ ਜਾਣ ਤਾਂ ਸ਼ਾਇਦ ਘੱਟ ਰੋਗ ਹੋਣਗੇ। ਮੋਸਟ ਪ੍ਰੋਬਬਲੀ ਹੁੰਦੇ ਹੀ ਨਹੀਂ ਜੀ ਜਲਦੀ, ਕਿਤੇ ਨਾ ਕਿਤੇ ਨਾ ਇਹ ਗੜਬੜ ਹੋਈ ਹੁੰਦੀ ਹੈ, ਉਦੋਂ ਪਤਾ ਨਹੀਂ ਲੱਗਦਾ, ਕਿਉਂਕਿ ਬਹੁਤ ਮੂਲ ਰੂਪ ਦੇ ਵਿੱਚ ਕੋਈ ਚੀਜ਼ ਅੰਦਰੋਂ ਬਹੁਤ ਥੋੜੇ ਰੂਪ 'ਚ ਡਿਸਟਰਬ ਹੋ ਰਹੀ ਹੁੰਦੀ, ਉਦੋਂ ਸਾਨੂੰ ਸਮਝ ਨਹੀਂ ਹੁੰਦੀ। ਇਸ ਕਰਕੇ ਸਾਨੂੰ ਲੱਗਦਾ ਹੁੰਦਾ ਵੀ ਮੈਨੂੰ ਕਬਜ਼ ਨਹੀਂ ਹੈਗੀ, ਪਰ ਕੀ ਹੁੰਦਾ, ਤੁਸੀਂ ਸਟੂਲ ਪਾਸ ਕਰਨ ਚੱਲੇ ਹੋ, ਤੁਹਾਨੂੰ ਲੱਗਦਾ ਹਾਲੇ ਸਵਾਦ ਜਿਹਾ ਨਹੀਂ ਆਇਆ ਸਟੂਲ ਪਾਸ ਕਰਨ 'ਚ, ਜਾਂ ਤੁਹਾਨੂੰ ਲੱਗ ਰਿਹਾ ਹੁੰਦਾ ਕਈ ਵਾਰੀ ਬਿੰਡ ਇੱਕ ਦੋ ਵਾਰੀ ਪਾਸ ਹੋਈ ਪਰ ਬਹੁਤ ਉਹ ਸਮੈਲ ਵਾਲੀ ਹੈ ਨਾ। ਕਈ ਵਾਰੀ ਤੁਸੀਂ ਬੈਠੇ ਹੋ, ਤੁਹਾਨੂੰ ਐਸਿਡਿਟੀ ਊਂ ਨਹੀਂ ਲੱਗਦੀ, ਕਦੇ ਖੱਟਾ ਡਕਾਰ ਮਾੜਾ ਜਾਇਆ, ਤੁਹਾਨੂੰ ਪਤਾ ਨਹੀਂ ਲੱਗਦਾ, ਉਹਦੇ ਕਿਤੇ ਨਾ ਕਿਤੇ ਰੂਟਸ ਪਈਆਂ ਹੁੰਦੀਆਂ ਨੇ, ਅਸੀਂ ਉਹਨਾਂ ਦਾ ਧਿਆਨ ਨਹੀਂ ਕਰਦੇ। ਜੀ ਜੀ ਜੀ। ਤੇ ਡਾਕਟਰ ਸਾਹਿਬ, ਸਾਡੀਆਂ ਸਮਾਜ ਦੇ ਵਿੱਚ ਜਿੰਨੀਆਂ ਕੁੜੀਆਂ ਨੇ ਖਾਸ ਕਰਕੇ, ਉਹਨਾਂ ਨੂੰ ਬਹੁਤ ਜ਼ਿਆਦਾ ਸਮੱਸਿਆ ਫੀਮੇਲਸ ਜਿਹੜੀਆਂ ਲੇਡੀਜ਼ ਨੇ, ਜਿਹੜੀਆਂ ਉਹਨਾਂ ਦੇ ਡਾਕਟਰ ਸਾਹਿਬ, ਉਹਨਾਂ ਦੇ ਵੀ ਕੀ, ਤੇ ਜਿਹੜੇ ਮਰਦ ਲੋਕ ਵੀ ਨੇ, ਕਿ ਚਿਹਰੇ ਦੀ ਸਕਿਨ ਔਰ ਬਾਡੀ ਦੀ ਸਕਿਨ ਇਹ ਵੱਖਰੀਆਂ ਨੇ? ਚਿਹਰੇ ਤੇ ਬਹੁਤ ਛੇਤੀ ਆਪ ਦੇਖਦੇ ਨੇ। ਜਿਹੜੀ ਸਕਿਨ ਹੈਗੀ ਬੇਸਿਕਲੀ ਇਹ ਸਾਡੇ ਸਰੀਰ ਦਾ ਸਭ ਤੋਂ ਲਾਰਜ ਆਰਗਨ ਹੈ, ਸਭ ਤੋਂ ਵੱਡਾ ਆਰਗਨ ਜਿਹੜੀ ਸਕਿਨ ਹੈ। ਸਕਿਨ ਸਾਡੀ ਜਿਹੜੀ ਹੈਗੀ ਹੈ, ਇਹ ਉਂਝ ਜਿਹਨੂੰ ਜੋ ਦੇਖਿਆ ਜਾਏ 7 ਭਾਗਾਂ 'ਚ ਹੈ, ਪਰ ਇਹ ਲੰਬਾ ਹੋ ਜਾਊਗਾ ਚੈਪਟਰ। ਪਰ ਮੇਨ ਇਹ ਹੈਗਾ, ਜਿਹੜੀ ਸਾਡੀ ਚਿਹਰੇ ਦੀ ਸਕਿਨ ਹੈ, ਇਹ ਸਾਡੀ ਬਾਡੀ ਦੀ ਸਕਿਨ ਨਾਲੋਂ ਬਹੁਤ ਪਤਲੀ ਹੁੰਦੀ ਹੈ। ਤੇ ਉਸ ਤੋਂ ਬਾਅਦ ਜਿਹੜੀ ਸਾਡੀ ਖਾਸ ਕਰਕੇ ਅੱਖਾਂ ਦੀ ਸਕਿਨ ਹੈ, ਇਹ ਚਿਹਰੇ ਦੀ ਸਕਿਨ ਤੋਂ ਵੀ ਪਤਲੀ ਹੁੰਦੀ ਹੈ। ਉਸ ਤੋਂ ਅੱਗੇ ਨੈਕ ਦੀ ਸਕਿਨ ਉਹ ਵੀ ਪਤਲੀ ਹੁੰਦੀ ਹੈ, ਚੈਸਟ ਦੀ ਸਕਿਨ ਉਹ ਵੀ ਪਤਲੀ ਹੁੰਦੀ ਹੈ। ਬਾਕੀ ਸਕਿਨ ਸਾਡੀ ਥੋੜੀ ਜਿਹੀ ਹੋਰ ਤਰ੍ਹਾਂ ਦੀ ਹੈ। ਈਵਨ ਤੁਸੀਂ ਦੇਖੋ ਸਕਿਨ ਦਾ ਇੰਨਾ ਫਰਕ ਹੈ, ਤੁਸੀਂ ਮਹਿੰਦੀ ਲੈ ਲਓ, ਮਹਿੰਦੀ ਨੂੰ ਹੱਥਾਂ ਤੇ ਲਾਓ ਚੜ ਜੂਗੀ, ਚਿਹਰੇ ਤੇ ਲਾਓ ਚੜਦੀ ਨਹੀਂ। ਇਹਦੇ ਕਰਕੇ ਸਕਿਨ ਦੇ ਵਿੱਚ ਉਹਦੇ ਐਕਸ਼ਨ ਦਾ, ਉਹਦੇ ਰਿਐਕਸ਼ਨ ਦਾ, ਉਹਦੇ ਟੈਕਸਚਰ ਦਾ, ਇਹਨਾਂ ਚੀਜ਼ਾਂ ਤੋਂ ਪਤਾ ਲੱਗਦਾ ਕਿ ਚਿਹਰੇ ਦੀ ਸਕਿਨ ਦਾ ਤੇ ਆਮ ਸਕਿਨ ਦਾ ਕੀ ਫਰਕ ਹੈ। ਹੱਥਾਂ ਦੀ ਸਕਿਨ ਤੇ ਪੈਰਾਂ ਦੀ ਸਕਿਨ ਸਾਡੀ ਅਲੱਗ ਹੈ, ਬਾਡੀ ਦੀ ਸਕਿਨ ਅਲੱਗ ਹੈ, ਚੈਸਟ ਦੀ ਸਕਿਨ ਅਲੱਗ ਹੈ, ਨੈਕ ਦੀ ਸਕਿਨ ਅਲੱਗ ਹੈ, ਚਿਹਰੇ ਦੀ ਸਕਿਨ ਅਲੱਗ ਹੈ। ਚਿਹਰੇ ਦੀ ਸਕਿਨ ਜਿਹੜੀ ਹੈਗੀ ਹੈ ਬੜੀ ਇੱਕ ਕੇਅਰ ਭਾਲਦੀ ਹੈ ਸੋਹਣਾ ਰਹਿਣ ਲਈ। ਉਹ ਸਪੈਸ਼ਲੀ ਸਾਡੀਆਂ ਜਿਹੜੀਆਂ ਲੇਡੀਜ਼ ਨੇ, ਉਹ ਬੜੀਆਂ ਵਿਚਾਰੀਆਂ ਕੌਨਸ਼ੀਅਸ ਹੁੰਦੀਆਂ ਨੇ, ਕਿਉਂਕਿ ਉਹਨਾਂ ਨੂੰ ਯੰਗ ਏਜ ਦੇ ਵਿੱਚ ਕਿੱਲ ਮਹੱਸੇ ਘੇਰ ਲੈਂਦੇ ਨੇ। ਓਲਡ ਏਜ ਦੇ ਵਿੱਚ ਲੇਡੀਜ਼ ਨੂੰ ਕੀ ਕਰਦੇ ਨੇ, ਝੁਰੜੀਆਂ ਘੇਰ ਲੈਂਦੀਆਂ ਨੇ। ਉਦੋਂ ਉਹਨਾਂ ਦੀ ਆਪਾਂ ਅੱਜ ਗੱਲ ਕਰ ਲੈਂਦੇ ਨਾਲ, ਤੇ ਉਹਨਾਂ ਨੂੰ ਦਿਨ ਦੇ ਉਹ ਵੀ ਲਾਈਫ ਦੇ ਵਿੱਚ ਉਹਨਾਂ ਦੇ ਕਿਸੇ ਦੇ ਛਾਈਆਂ ਪੈ ਗਈਆਂ, ਕਿਸੇ ਦੇ ਕਾਲੇ ਧੱਬੇ ਪੈ ਗਏ, ਕਿਸੇ ਦੇ ਦਾਗ ਪੈ ਗਏ, ਕਿਸੇ ਦੇ ਅੱਖਾਂ ਥੱਲੇ ਫੁੱਲ ਕੇ ਕਾਲੇ ਨਿਸ਼ਾਨ ਪੈ ਗਏ। ਉਹਦੇ ਤੇ ਵੀ ਆਪਾਂ ਗੱਲ ਮੈਨੂੰ ਲੱਗਦਾ ਕਰ ਲਈ ਅੱਜ। ਜੀ ਬਿਲਕੁਲ। ਤੇ ਡਾਕਟਰ ਸਾਹਿਬ ਕਿਉਂ ਹੁੰਦੇ ਨੇ ਕਿੱਲ ਮੁਹਾਸੇ, ਕਿਉਂ ਹੁੰਦੇ? ਹਾਂ, ਕਿੱਲ ਮੁਹਾਸੇ ਤਾਂ ਤੁਹਾਨੂੰ ਮੈਂ ਦੱਸਿਆ ਹੈਗਾ ਕਿ ਕਿੱਲ ਮੁਹਾਸਿਆਂ ਦੇ ਉੱਤੇ ਅਰਬ ਦੇ ਅਲਕਿੰਡੀ ਸਾਹਿਬ ਦਾ ਸਭ ਤੋਂ ਵੱਡਾ ਕੰਮ ਹੈ।
ਜਿੰਨਾ ਵੈਸਟਰਨ ਨੇ ਕੰਮ-ਕੁਮ ਕੀਤਾ ਉਹਦੀ ਚੋਰੀ ਜੀ ਹੈਗੀ ਹੈ, ਉਹਦਾ ਪੂਰਾ ਕੰਮ ਨਹੀਂ ਹੋਇਆ। ਅਲਕਿੰਡੀ ਨੇ ਇੱਕ ਬਹੁਤ ਵੱਡਾ ਕੰਮ ਕੀਤਾ, ਫਿਰ ਇਬਨ ਸਿਨ ਨੇ ਬੜਾ ਕੰਮ ਕੀਤਾ। ਅਲਕਿੰਡੀ ਕਹਿੰਦਾ ਕੀ ਹੈਗਾ ਕਿ ਜਿਹੜੀ ਕੋਈ ਵੀ ਚੀਜ਼ ਜਦੋਂ ਹੀਟ ਅਪ ਹੋਊਗੀ, ਹੀਟ ਅਪ ਹੋ ਕੇ ਉਹ ਆਊਟਵਰਡ ਜਾਊ, ਸੁਭਾਅ ਹੈ ਜੀ, ਠੀਕ ਹੈ ਨੀ। ਜਦੋਂ ਬੋਡੀ ਦੇ ਵਿੱਚ ਜਦੋਂ ਵੀ ਪਿੱਤ ਵਧਣਾ ਉਹਨੇ ਆਊਟਵਰਡ ਆਉਣਾ। ਹੁਣ ਯੰਗ ਏਜ ਦੇ ਵਿੱਚ ਕੀ ਹੁੰਦਾ, ਕੁੜੀਆਂ ਨੂੰ 17-18 ਸਾਲ ਦੀ ਏਜ ਹੈਗੀ ਹੈ, ਉਦੋਂ ਉਹਨਾਂ ਦੇ ਅੰਦਰ ਹੀਟ ਹੁੰਦੀ ਹੈ। ਉਹ ਹੀਟ ਕੀ ਹੈਗੀ, ਉਹ ਕਿੱਲ ਮੁਹਾਸੇ ਨੂੰ ਜਨਮ ਦਿੰਦੀ ਹੈ। ਸਪੈਸ਼ਲੀ ਜਦੋਂ ਲੇਡੀਜ਼ ਨੂੰ, ਖਾਸ ਕਰਕੇ ਯੰਗ ਗਰਲਸ ਦੇ ਕਿੱਲ ਮੁਹਾਸੇ ਹੁੰਦੇ ਨੇ, ਉਹਨਾਂ ਨੂੰ ਜਦੋਂ ਮੈਂਸਸ ਆਉਣੇ ਹੁੰਦੇ ਨੇ ਉਹਨਾਂ ਦਿਨਾਂ ਤੋਂ ਕੁਛ ਦਿਨ ਪਹਿਲਾਂ, ਕਿਉਂਕਿ ਉਹ ਜਿਹੜੇ ਅੰਦਰ ਉਹਨਾਂ ਦੇ ਬਲੀਡਿੰਗ ਹੋਣੀ ਹੁੰਦੀ ਹੈਗੀ ਹੈ, ਜਿਹਨੂੰ ਆਪਾਂ ਮਾਸਕ ਧਰਮ ਕਹਿ ਰਹੇ ਹਾਂ, ਜਾਂ ਜਿਹਨੂੰ ਇੱਕ ਬੋਡੀ ਨੂੰ ਪਾਕ ਕਰਨ ਦਾ ਸਿਸਟਮ ਕਹਿ ਰਹੇ, ਉਹਦੇ ਵਿੱਚ ਹੀਟ ਜਦੋਂ ਵੱਧਦੀ ਹੈ ਤਾਂ ਹੀ ਉਹ ਬਲੱਡ ਬਾਹਰ ਆਉਂਦਾ, ਤਾਂ ਹੀ ਉਹ ਐਗ ਟੁੱਟ ਕੇ ਸਾਫ਼ ਹੁੰਦਾ। ਉਹਦੇ ਕਰਕੇ ਉਹ ਜੋ ਹੀਟ ਵੱਧਦੀ ਹੈ, ਹੀਟ ਵਧਣ ਕਰਕੇ ਮੁਹਾਸੇ, ਕਿੱਲ ਵਗੈਰਾ ਉਹਨਾਂ ਦਿਨਾਂ 'ਚ ਆ ਜਾਂਦੇ ਨੇ। ਉਹ ਜਦੋਂ ਫਿਰ ਉਹਨਾਂ ਨੂੰ ਮੈਂਸਸ ਆਉਂਦੇ ਨੇ, ਕਈ ਵਾਰੀ ਬੱਚੇ ਜਲਦੀ ਕਰਦੇ ਨੇ, ਮੈਂਸਸ ਆਉਣ ਤੋਂ ਬਾਅਦ ਉਹ ਫਿਰ ਬੋਡੀ ਸਮੂਥ ਹੋ ਜਾਂਦੀ ਹੈ ਅਤੇ ਕਿੱਲ ਮੁਹਾਸੇ ਉਹਨਾਂ ਟਾਈਮਾਂ ਦੇ ਵਿੱਚ ਆਪਦਾ ਠੀਕ ਵੀ ਹੋ ਜਾਂਦੇ ਨੇ। ਪਰ ਉਹਨਾਂ ਜਿਹੜੇ ਕਿੱਲ ਮੁਹਾਸੇ ਹੁੰਦੇ ਨੇ, ਲਗਾਤਾਰ ਹੁੰਦੇ ਨੇ ਜਿਹਨਾਂ ਨੂੰ, ਉਹਨਾਂ ਦੀ ਕੀ ਹੁੰਦਾ ਹੈ, ਉਹਨਾਂ ਦੇ ਇੱਕ ਤਾਂ ਬੋਡੀ 'ਚ ਹੀਟ ਵਧੀ ਹੁੰਦੀ ਹੈ, ਦੂਜਾ ਇਹ ਹੁੰਦਾ ਹੈ ਉਹਨਾਂ ਨੂੰ ਕਫ ਪ੍ਰਕੋਪ ਹੁੰਦਾ ਹੈ। ਉਹਦੀ ਆਇਲੀ ਲੇਅਰ ਜਿਹੜੀ ਹੈਗੀ ਉਹ ਥੋੜ੍ਹੀ ਜਿਹੀ ਮੋਟੀ ਹੋ ਜਾਂਦੀ ਹੈ ਥੱਲੋਂ, ਉਹਦੀਆਂ ਰੂਟਸ ਦੇ ਵਿੱਚੋਂ ਸਰਕੂਲੇਸ਼ਨ ਨਹੀਂ ਹੁੰਦੀ। ਸਰਕੂਲੇਸ਼ਨ ਹੋਣ ਕਰਕੇ ਬਲੱਡ ਜਿਹੜਾ ਹੈਗਾ ਉਹ ਉੱਥੋਂ ਦੀ ਲੰਘਣਾ ਚਾਹੁੰਦਾ ਹੈ, ਪਰ ਹੀਟ ਨਾਲ ਉਹ ਕਿੱਲ ਮੁਹਾਸੇ ਕਈ ਵਾਰੀ ਫਿੰਸੀਆਂ ਦੇ ਰੂਪ ਦੇ ਵਿੱਚ, ਕਿੱਲਾਂ ਦੇ ਰੂਪ ਦੇ ਵਿੱਚ ਇੱਦਾਂ ਉਹ ਬਾਹਰ ਕੇ ਉੱਭਰ ਕੇ ਆਉਂਦੇ ਜੀ। ਤੇ ਇਹਦਾ ਡਾਕਟਰ ਸਾਹਿਬ ਕੀ ਇਲਾਜ ਕੀ ਹੋਊਗਾ ਇਸ ਚੀਜ਼ ਦਾ? ਇਹਦਾ ਇਲਾਜ ਬੜਾ ਸੌਖਾ ਹੈ ਜੀ, ਇਲਾਜ ਕੋਈ ਬਹੁਤਾ ਔਖਾ ਨਹੀਂ ਹੈਗਾ। ਦੇਖੋ ਤੁਸੀਂ, ਇੱਕ ਤਾਂ ਇਹ ਹੈਗਾ ਕਿ ਬੋਡੀ ਦੇ ਵਿੱਚ ਪਿੱਤ ਨਹੀਂ ਵਧਣ ਦੇਣਾ ਜੀ। ਪਿੱਤ ਨੂੰ ਕੰਟਰੋਲ ਕਰਨ ਲਈ ਬਹੁਤ ਚੀਜ਼ਾਂ ਹੈਗੀਆਂ ਨੇ, ਜਿਹੜੀਆਂ ਕਿੱਲ ਮੁਹਾਸਿਆਂ ਲਈ ਇਹ ਇਕੱਲੀ ਇਹ ਗੱਲ ਕਰ ਰਹੇ ਜਿਹੜੀ ਆਪਾਂ, ਉਹਦੇ 'ਚ ਕੀ ਹੈਗਾ, ਇੱਕ ਤਾਂ ਤੁਸੀਂ ਸਵੇਰੇ ਨਿਰਨੇ ਪੇਟ, ਖਾਲੀ ਪੇਟ, ਐਮਟੀ ਸਟੋਮਿਕ ਜੀ ਪਾਣੀ ਜ਼ਰੂਰ ਪੀਓ ਉੱਠ ਕੇ ਜੀ। ਡਾਇਰੈਕਟ ਰੂਪ ਦੇ ਵਿੱਚ ਅਗਰ ਕਿੱਲ ਮੁਹਾਸੇ ਹੁੰਦੇ ਨੇ, ਕਦੇ ਵੀ ਚਾਹ ਕੌਫੀ ਪੀਣ ਦੀ ਗਲਤੀ ਨਾ ਕਰੋ। ਸਾਡੇ ਇੱਕ ਹੈਬਿਟਸ ਬਣੀ ਹੋਈ ਹੈ ਕਿ ਪਹਿਲਾਂ ਸਾਡੇ ਅੰਦਰ ਹੀਟ ਵਧੀ ਹੈ, ਅਸੀਂ ਸਵੇਰੇ ਉੱਠ ਕੇ ਕਹਿੰਦੇ ਨੇ ਵੈਲਿਡਿਟੀ ਨਹੀਂ ਆਈ, ਕੌਫੀ ਨਹੀਂ ਆਈ। ਉਦੋਂ ਇਹ ਚੀਜ਼ਾਂ ਅਸੀਂ ਟੈਲੀਵਿਜ਼ਨ ਦੇ ਉੱਤੋਂ ਅੱਜ ਕੱਲ੍ਹ ਰਿਸਰਚ ਤਾਂ ਕਰ ਲਈਆਂ, ਸਾਡੇ ਪਹਿਲਾਂ ਘਰਾਂ 'ਚ ਇਹ ਨਹੀਂ ਹੁੰਦਾ ਸੀ। ਅਸੀਂ ਉੱਠਦੇ ਸੀ, ਸਾਡੇ ਬਾਪ ਦਾਦੇ ਵੀ ਉੱਠਦੇ ਸੀ, ਦਾਦੀਆਂ ਪੜਦਾਦੀਆਂ ਵੀ ਉੱਠਦੀਆਂ ਸੀ, ਉਹਨਾਂ ਨੇ ਆਪਦਾ ਉੱਠ ਕੇ ਆਪਦਾ ਕੰਮ ਕਾਰ ਕਰਨਾ, ਚਾਹ ਪਾਣੀ ਦੀ ਬਜਾਏ ਪਹਿਲਾਂ ਪਾਣੀ ਪੀਣਾ, ਫਿਰ ਆਪਦਾ ਉਹਨਾਂ ਨੇ ਵਾਸ਼ਰੂਮ ਜਾਣਾ, ਸਾਫ਼ ਸਫਾਈ ਤੋਂ ਬਾਅਦ ਸਾਰਾ ਪੇਟ ਸਾਫ਼ ਕਰਕੇ ਆਪਦਾ ਨਹਾ ਧੋ ਕੇ ਉਸ ਤੋਂ ਬਾਅਦ ਉਹ ਚਾਹ ਪਾਣੀ ਪੀਂਦੇ ਸੀ। ਉਹਦੇ ਨਾਲ ਕੀ ਹੁੰਦਾ ਸੀ, ਜਿਹੜੇ ਅੰਦਰ ਪੇਟ ਦੇ ਵਿੱਚ ਗੈਸ ਹੈ, ਐਸਿਡਿਟੀ ਹੈ, ਕੌਂਸਟੀਪੇਸ਼ਨ ਹੈ, ਉਹ ਤਿੰਨਾਂ ਦਾ ਪ੍ਰਕੋਪ ਨਹੀਂ ਰਹਿੰਦਾ ਸੀ। ਉਹ ਤਿੰਨਾਂ ਦਾ ਪ੍ਰਕੋਪ ਨਾ ਹੋਣ ਕਰਕੇ ਪਹਿਲੇ ਲੋਕਾਂ ਦੇ ਇਸ ਕਰਕੇ ਕਿੱਲ ਮੁਹਾਸੇ ਤਾਂ ਹੁੰਦੇ ਸੀ, ਅੱਜ ਦੇ ਕੰਪੈਰੀਟਿਵਲੀ ਮਸਾਂ ਹੀ ਜਿਹੜੇ ਹੈਗੇ ਨੇ 10% ਸੀਗੇ ਜੀ। ਉਹਨਾਂ ਦੀ ਚਮੜੀ ਬਹੁਤ ਸਾਫ਼ ਹੈ, ਇਸੇ ਕਰਕੇ ਸੀਗੀ ਕਿ ਉਹ ਖਾਣ, ਜਿਹੜਾ ਮੈਂ ਕਹਿੰਦਾ ਤੁਹਾਨੂੰ ਪਹਿਲੇ ਕਿਹਾ ਨਾ, ਆਰ ਵਿਹਾਰ ਤੇ ਵਿਚਾਰ, ਬਿਲਕੁਲ ਬਿਲਕੁਲ, ਖਾਣ, ਸੋਚ ਜਿਹੜੀ ਹੈਗੀ ਹੈ, ਸਾਡਾ ਬਿਹੇਵ ਤੇ ਸੋਚ, ਇਹ ਬੜੀਆਂ ਚੀਜ਼ਾਂ ਨੇ। ਜਦੋਂ ਅਸੀਂ ਖਾਣ ਪੀਣ ਗਲਤ ਕਰਦੇ ਹਾਂ, ਸਾਡੇ ਤਿੰਨੇ ਦੋਸ਼ ਖਰਾਬ ਹੋ ਜਾਂਦੇ ਨੇ। ਜੋ ਤਿੰਨੇ ਦੋਸ਼ ਖਰਾਬ ਹੁੰਦੇ ਨੇ, ਸਾਡੇ ਖਾਣੇ ਨਾਲ ਬੋਡੀ ਦੇ ਵਿੱਚ ਪਲਾਜ਼ਮਾ ਬਣਨਾ ਜੀ, ਪਲਾਜ਼ਮੇ ਨਾਲ ਹੀ ਬਲੱਡ ਬਣਨਾ, ਬਲੱਡ ਦੇ ਨਾਲ ਅੱਗੇ ਫਰਦਰ ਸਾਰੀ ਕਾਰਵਾਈ ਸਾਡੀ ਬੋਡੀ ਦੀ ਹੋਣੀ ਹੈ। ਬਲੱਡ ਤੋਂ ਅੱਗੇ ਕੀ ਹੋਣਾ, ਮਾਸ ਬਣਨਾ ਹੈ, ਮਾਸ ਤੋਂ ਅੱਗੇ ਫਿਰ ਮਿੱਝ ਹੈ, ਫਿਰ ਆਪਣੇ ਹੱਡੀਆਂ ਨੇ, ਫਿਰ ਅੱਗੇ ਜਿਹੜਾ ਹੈਗਾ ਵੀਰਿਆ ਹੈਗਾ, ਫਿਰ ਸ਼ੁਕਰ ਹੈਗਾ, ਮਤਲਬ ਇਹ 7 ਧਾਤੂਆਂ ਜਿਹੜੀਆਂ ਅੱਗੇ ਦੀ ਅੱਗੇ ਬਣਦੀਆਂ ਨੇ, ਠੀਕ ਹੈ। ਪਰ ਜਦੋਂ ਕੀ ਹੁੰਦਾ, ਜਦੋਂ ਅਸੀਂ ਇਹ ਚੀਜ਼ਾਂ ਡਿਸਟਰਬ ਕਰਦੇ ਹਾਂ ਤਾਂ ਸਾਡਾ ਜਦੋਂ ਬੇਸਿਕ ਜਿਹੜੀ ਚੀਜ਼ ਹੈ, ਪਲਾਜ਼ਮਾ, ਜਿਹੜੇ ਜੂਸਿਸ ਨੇ ਡਿਸਟਰਬ ਹੋ ਗਏ, ਉਹਨਾਂ ਦੀ ਸਾਰਾ ਕੁਝ ਬਣਨਾ ਜੀ। ਜਦੋਂ ਅਸੀਂ ਇਹਨਾਂ ਨੂੰ ਮਕਦਾਰ ਦੇ ਵਿੱਚ ਚੀਜ਼ਾਂ ਨੂੰ ਖਾਂਦੇ ਹਾਂ, ਆਪਣੇ ਤਿੰਨੇ ਦੋਸ਼ਾਂ ਦਾ ਖਿਆਲ ਕਰਦੇ ਹਾਂ, ਤਾਂ ਸਾਡੀ ਸੋਚ ਵੀ, ਸਾਡੀ ਸਕਿਨ ਵੀ, ਸਾਡੀ ਬੋਡੀ ਵੀ ਹਰ ਪੱਖੋਂ ਠੀਕ ਰਹਿੰਦੀ ਹੈ। ਡਾਕਟਰ ਸਾਹਿਬ, ਝੁਰੜੀਆਂ ਦਾ ਕੀ ਕਾਰਨ ਹੈ ਜੀ? ਝੁਰੜੀਆਂ ਦਾ ਇਹੀ ਕਾਰਨ ਹੈਗਾ ਕਿ ਸਾਡੇ ਅੰਦਰ ਬੋਡੀ ਦੇ ਵਿੱਚ ਉਹਨਾਂ ਥਾਵਾਂ ਦੇ ਉੱਤੇ ਵਾਟਰ ਦੀ ਜਿਹੜੀ ਹੈ ਕੰਟੈਂਟਸ ਜਿਹੜੇ ਨੇ ਘੱਟ ਜਾਂਦੇ ਨੇ, ਵਾਟਰ ਕੰਟੈਂਟਸ ਘੱਟ ਜਾਂਦੇ ਨੇ। ਕਈ ਵਾਰੀ ਇਹ ਹੁੰਦਾ ਹੈ ਕਿ ਝੁਰੜੀਆਂ ਇਹ ਹੁੰਦੀਆਂ ਨੇ ਕਿ ਨਿਗਾਹ ਘੱਟ ਹੁੰਦੀ ਹੈ, ਅਸੀਂ ਬਿਨਾਂ ਐਨਕ ਤੋਂ ਪੜ੍ਹਦੇ ਲਗਾਤਾਰ ਅੱਖਾਂ ਮੀਚ ਕੇ ਰੱਖਦੇ ਤਾਂ ਵੀ ਝੁਰੜੀਆਂ ਪੈ ਜਾਂਦੇ ਨੇ। ਪਰ ਵਾਟਰ ਕੰਟੈਂਟਸ, ਕਈਆਂ ਦੇ ਵਿੱਚ ਇਹ ਵਿਰਾਸਤੀ ਗੁਣ ਵੀ ਨੇ, ਕਈਆਂ ਦੀ ਵਿਰਾਸਤ ਦੇ ਵਿੱਚ ਝੁਰੜੀਆਂ ਤਾਂ ਬੱਚਿਆਂ 'ਚ ਵੀ ਪੈ ਜਾਣੀਆਂ। 3-4 ਮੁੱਖ ਕਾਰਨ ਹੁੰਦੇ ਨੇ। ਪਰ ਝੁਰੜੀਆਂ ਦੇ ਲਈ ਜਿਹੜੀ ਹੈਗੀ ਇੱਕ ਸੋਹਣੀ ਖੁਰਾਕ ਇਹੀ ਹੈਗੀ ਹੈ ਕਿ ਤਾਜ਼ੀਆਂ ਸਬਜ਼ੀਆਂ ਜਿਹੜੀਆਂ ਘਰਾਂ ਦੇ ਵਿੱਚ ਖਾਓ, ਤੇ ਜਿਹੜੇ ਅਵੇਲੇਬਲ ਕੋਈ ਫਲ ਫੁੱਲ ਮਾੜੇ ਮੋਟੇ ਮਿਲਦੇ ਨੇ ਉਹ ਖਾ ਲੈਣੇ ਚਾਹੀਦੇ ਨੇ। ਇਹ ਨਹੀਂ ਕਿ ਫਲ ਜਿਵੇਂ ਅੱਜ ਕੱਲ੍ਹ ਟੈਲੀਵਿਜ਼ਨ ਤੇ ਲੱਗੇ ਹੋਏ ਨੇ ਲੋਕ ਵੀ ਤੁਸੀਂ ਇੰਨੇ % ਫਲ ਖਾ ਲਓ, ਇੰਨੇ % ਸਬਜ਼ੀਆਂ ਖਾ ਲਓ। ਉਹਨਾਂ ਨੂੰ ਹਾਲੇ ਤੱਕ ਇਹ ਨਹੀਂ ਪਤਾ ਵਿਚਾਰਿਆਂ ਨੂੰ ਕਿ ਜਿਹੜੇ ਫਲ ਸਬਜ਼ੀਆਂ ਦੀ ਅਸੀਂ ਡਾਈਟ ਟੈਲੀਵਿਜ਼ਨ ਤੇ ਦੱਸ ਰਹੇ ਨੇ, ਜੇ ਵੱਡੇ ਤੋਂ ਵੱਡੇ ਡਾਕਟਰ ਦੱਸ ਰਹੇ ਨੇ, ਉਹ ਤਾਂ ਸਿਰਫ 2-3% ਲੋਕਾਂ ਦੀ ਡਾਈਟ ਹੈ।
ਜਿਹੜੇ ਕੰਮ ਕਰਨ ਵਾਲੇ ਕਿਸਾਨ ਮਜ਼ਦੂਰ ਨੇ ਉਹ ਥੋੜਾ ਫਰੂਟ ਸਬਜ਼ੀਆਂ ਚੁਲਝੇ ਹੋਏ ਨੇ। ਇਹ ਤਾਂ ਸਾਰੇ ਜਨਰਲ ਲੋਕਾਂ ਦੀ ਆਪਾਂ ਜੇ ਗੱਲ ਕਰੀਏ, ਉਹਨਾਂ ਨੂੰ ਆਮ ਥੋੜ੍ਹੀਆਂ ਬਹੁਤੀਆਂ ਸਬਜ਼ੀਆਂ ਖੇਤਾਂ ਜਿਹੜੀਆਂ ਮਿਲਦੀਆਂ ਨੇ ਸੀਜ਼ਨ ਦੀਆਂ, ਜਾਂ ਫਰੂਟ ਫਰਾਟ ਮਿਲਦੇ ਨੇ, ਹੁਣ ਸਾਡੇ ਖੇਤਾਂ ਦੇ ਵਿੱਚ ਕਿਤੇ ਅਮਰੂਦ ਖੜਾ, ਕਿਤੇ ਅੰਬ ਖੜਾ, ਕਿਤੇ ਕੋਈ ਚੀਜ਼ ਹੋਰ ਖੜੀ ਹੈ, ਉਹ ਖਾ ਖੂ ਲੈਣੇ ਚਾਹੀਦੇ ਨੇ। ਨਾਲ ਉਹਨਾਂ ਨੂੰ ਪਾਣੀ ਪੂਣੀ ਪੀਂਦੇ ਰਹਿਣਾ ਚਾਹੀਦਾ ਹੈ, ਤੇ ਨਾਲ ਜਿੰਨਾ ਹੋ ਸਕੇ ਉਹ ਚੀਜ਼ਾਂ ਜਿਹੜੀਆਂ ਨੇ ਸਾਫ਼ ਸੁਥਰੀਆਂ ਖਾ ਪੀ ਲੈਣੀਆਂ ਚਾਹੀਦੀਆਂ ਨੇ। ਤੇ ਜਿੰਨਾ ਕੁ ਹੋ ਸਕੇ ਜੇ ਫਲ ਸਬਜ਼ੀਆਂ ਮਿਲਦੀਆਂ ਨੇ ਖਾਣ ਵਾਲੀਆਂ ਨੇ, ਸਲਾਦ ਵਗੈਰਾ, ਉਹ ਚੰਗਾ ਹੈਗਾ। ਕੁਛ ਉਹਦਾ ਹਿੱਸਾ ਜੇ ਕੱਚਾ ਖਾ ਲਿਆ ਜਾਵੇ, ਕੁਛ ਪਕਾ ਕੇ ਖਾ ਲਿਆ ਜਾਵੇ। ਤੇ ਡਾਕਟਰ ਸਾਹਿਬ, ਇਹਦੇ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਨੇ, ਹੈ ਛੋਟੀਆਂ ਗੱਲਾਂ, ਪਰ ਇਹ ਆਮ ਘਰਾਂ ਦੇ ਵਿੱਚ ਨੇ ਜੀ। ਅਕਸਰ ਇਹ ਦੇਖਿਆ ਜਾਂਦਾ ਅੱਡੀਆਂ ਫਟ ਜਾਂਦੀਆਂ ਨੇ ਜੀ, ਬਹੁਤ ਸਹੀ ਕਹਿ ਰਹੇ ਹੋ, ਬੰਦਿਆਂ ਦੀਆਂ। ਤੇ ਅੱਡੀਆਂ ਤੋਂ ਕਹਿੰਦੇ ਜੀ ਬੰਦੇ ਦੇ ਸੁਹੱਪਣ ਦਾ ਪਤਾ ਲੱਗਦਾ ਆ ਜੀ। ਤੇ ਅੱਡੀਆਂ ਫਟਣਾ ਬੜਾ ਬੰਦੇ ਨੂੰ ਨਮੋਸ਼ੀ ਹੁੰਦੀ ਹੈ, ਉਹਦਾ ਕਾਰਨ ਕੀ ਹੈ ਤੇ ਉਹਦਾ ਛੋਟੇ ਮੋਟੇ ਇਲਾਜ ਕੀ? ਉਹਦੇ ਕਾਰਨ 2-3-4 ਵੱਡੇ ਰੀਜ਼ਨ ਨੇ। ਅੱਡੀਆਂ ਜਿਹਦੀਆਂ ਵੀ ਫੜਨ, ਜਿਹਨੂੰ ਵਿਆਈ ਕਹਿੰਦੇ ਆਪਾਂ, ਜਦੋਂ ਵੀ ਉਹ ਖੁੱਲੂਗੀ, ਚਾਹੇ ਉਹ ਈਵਨ ਇੱਥੇ ਵੀ ਖੁੱਲ ਜਾਂਦੀਆਂ ਨੇ ਥੈਲੀਆਂ ਦੇ ਵਿੱਚ, ਕੱਲੀਆਂ ਅੱਡੀਆਂ 'ਚ ਨਹੀਂ, ਉਹ ਸਿਰਫ ਖੁਸ਼ਕੀ ਕਰਕੇ ਹੁੰਦੀਆਂ ਨੇ। ਜਦੋਂ ਬਾਡੀ ਦੇ ਵਿੱਚ ਵਾਟਰ ਕੰਟੈਂਟਸ ਉਹਨਾਂ ਥਾਵਾਂ 'ਤੇ ਸਰਕੂਲੇਟ ਨਹੀਂ ਹੁੰਦਾ, ਘਟਦਾ ਹੈ, ਉੱਥੇ ਬਲੱਡ ਦੀ ਸਪਲਾਈ ਪੂਰੀ ਨਹੀਂ ਆਉਂਦੀ, ਸਕਿਨ ਦੀ ਨਰਿਸ਼ਮੈਂਟ ਘਟ ਜਾਂਦੀ ਹੈ, ਤੇ ਸਕਿਨ ਫਿਰ ਜਿਹੜੀ ਖੁਸ਼ਕ ਹੋ ਕੇ ਫਟਣ ਲੱਗ ਜਾਂਦੀ, ਉਹਦਾ ਰਿਸਕ ਹੈ। ਇੱਕ ਡਾਕਟਰ ਸਾਹਿਬ, ਸਨਬਰਨ ਦੀ ਬੜੀ ਪ੍ਰੋਬਲਮ ਆਉਂਦੀ ਹੈ ਇੱਥੋਂ। ਜੇ ਅਸੀਂ ਪਹਾੜੀ ਇਲਾਕੇ ਜਾਂਦੇ ਹਾਂ, ਪਹਿਲਾਂ ਕੋਈ ਮੇਰੇ ਦੋਸਤ ਮਿੱਤਰ ਹੁੰਦੇ ਸੀ ਜੀ, ਅਸੀਂ ਅਕਸਰ ਹਰ ਸਾਲ ਟਰੈਕਿੰਗ ਤੇ ਜ਼ਰੂਰ ਜਾਣਾ। ਹੁਣ ਤਾਂ ਚਲੋ ਕਈ ਸਾਲਾਂ ਤੋਂ ਨਹੀਂ ਜਾ ਹੋਇਆ। ਤੇ ਉਹ ਟਰੈਕਿੰਗ ਤੇ ਜਾਓ, ਪਹਾੜਾਂ ਦੇ ਵਿੱਚ ਕਿਤੇ ਠੰਡ ਹੈ, ਕਿਤੇ ਇੱਕਦਮ ਧੁੱਪ ਆ ਗਈ, ਉਹ ਸਨਬਰਨਸ ਹੁੰਦੇ ਨੇ ਜੀ। ਇਹ ਆਮ ਵੀ ਰੂਟੀਨ 'ਚ ਵੀ ਹੋ ਜਾਂਦੇ ਨੇ ਜਾਂ ਨਹੀਂ? ਇਹ ਸਾਡੀ ਇੱਦਾਂ ਨਾ, ਸਕਿਨ 3-4 ਕਿਸਮ ਦੀ ਚਿਹਰੇ ਦੀ ਸਕਿਨ ਹੈਗੀ। ਜਿਹੜੀ ਸਭ ਤੋਂ ਜਿਹੜੀ ਪਹਿਲੀ ਆਪਾਂ ਇਹ ਗੱਲ ਕਰਾਂਗੇ, ਇਹਨੂੰ ਹੁਣ ਆਪਾਂ ਥੋੜੀ ਵਾਲੀ ਗੱਲ ਨੂੰ ਮੁੱਖ ਭਾਗ 'ਚ ਲੈ ਲੈਂਦੇ ਹਾਂ। ਇਹਨੂੰ ਕਹਿੰਦੇ ਨੇ ਸੈਂਸਿਟਿਵ ਸਕਿਨ। ਜਿਹੜੀ ਸਕਿਨ ਸੈਂਸਿਟਿਵ ਹੈ, ਉਹਦੀ ਸੈਂਸਿਟੀਵਿਟੀ ਬਹੁਤ ਹੈ। ਸਨਬਰਨ ਦਾ ਮਤਲਬ ਕਿ ਉਹ ਗਰਮੀ ਸਰਦੀ ਨੂੰ ਇੱਕਦਮ ਫੀਲ ਕਰਦੀ ਹੈ, ਉਹ ਇਸ ਕਰਕੇ ਸਨਬਰਨ ਹੁੰਦੀ ਹੈ। ਇੱਕ ਸਕਿਨ ਨਾਰਮਲ ਹੈ, ਉਹ ਗਰਮੀ ਸਰਦੀ ਨੂੰ ਨਾਰਮਲ ਰੂਪ 'ਚ ਲੈਂਦੀ ਹੈ। ਇਸ ਕਰਕੇ ਇਟ ਡਿਪੈਂਡਸ ਔਨ ਦਾ ਸਕਿਨ ਟੈਕਸਚਰ, ਕਿ ਸਕਿਨ ਦਾ ਟੈਕਸਚਰ ਕਿਹੜਾ। ਤੇ ਇਹਦੇ ਇਲਾਜ ਕੀ ਨੇ ਜੀ? ਇਹ ਕੀ ਲਗਾਉਣਾ ਚਾਹੀਦਾ? ਕਿਉਂਕਿ ਅਕਸਰ ਬਹੁਤ ਮਹਿੰਗੀਆਂ ਕਰੀਮਾਂ ਆਉਂਦੀਆਂ ਨੇ ਕਿ ਸਨਬਰਨ ਤੋਂ ਬਚਣ ਲਈ ਇੰਨੇ % ਪਤਾ ਨਹੀਂ ਅਲਟਰਾ ਵਾਇਲਟ ਰੇ। ਦੇਖੋ, ਇੱਕ ਮੈਂ ਤੁਹਾਨੂੰ ਇਸ ਕਰਕੇ ਨਹੀਂ ਕਿ ਮੈਂ ਐਲੋਪੈਥੀ ਦੇ ਉਲਟਾ ਜਾਂ ਕੀ ਗੱਲ ਹੈ, ਐਲੋਪੈਥੀ ਬੋਡੀ ਦੇ ਬਾਰੇ, ਦਵਾਈਆਂ ਦੇ ਬਾਰੇ, ਸਕਿਨ ਦੇ ਬਾਰੇ ਕੋਈ ਦਵਾਈ ਨਹੀਂ ਬਣਾ ਸਕਿਆ, ਨਾ ਹੀ ਉਹਦੇ 'ਚ ਕੋਈ ਸਕਿਨ ਕਿਉਰ ਹੈ। ਮੇਰੇ ਕੋਲ ਅਮਰੀਕਾ, ਇੰਗਲੈਂਡ ਤੋਂ ਜਿੰਨੇ ਕੈਂਸਰ ਦੇ ਸਕਿਨ ਦੇ ਕੇਸ ਆਉਂਦੇ ਨੇ, ਤਕਰੀਬਨ ਗਲੇ ਸੜੇ ਵੀ, ਉਹ ਸਾਰੇ ਠੀਕ ਹੋ ਜਾਂਦੇ ਨੇ। ਕਿਉਂਕਿ ਜਿਹੜੀ ਸਕਿਨ ਹੈਗੀ ਹੈ, ਇਹ ਸਾਡੀਆਂ ਈਟਿੰਗ ਹੈਬਿਟਸ ਦੇ ਨਾਲ ਚੱਲਦੀ ਹੈ। ਜਦੋਂ ਅਸੀਂ ਈਟਿੰਗ ਹੈਬਿਟਸ ਦੇ ਨਾਲ ਫਿਰ ਉਹਨਾਂ ਚੀਜ਼ਾਂ ਨੂੰ ਖਾ ਕੇ, ਉਹਨਾਂ ਹਰਬਲ ਮੈਡੀਸਨ ਨੂੰ ਖਾ ਕੇ ਉਹਦਾ ਬੈਲੈਂਸ ਬਣਾਉਣੇ ਆ, ਤਾਂ ਸਕਿਨ ਸਾਡੀ ਠੀਕ ਹੋ ਜਾਂਦੀ ਹੈ। ਜਿਵੇਂ ਜਸਟ ਫਾਰ ਐਗਜ਼ਾਮਪਲ, ਕਿਸੇ ਨੂੰ ਐਗਜ਼ੀਮਾ ਹੋ ਗਿਆ, ਕਿਸੇ ਨੂੰ ਦੰਦਰ ਹੋ ਗਈ, ਕਿਸੇ ਨੂੰ ਖਾਜ ਹੋ ਗਈ, ਕਿਸੇ ਨੂੰ ਸਰੋਸਿਸ ਹੋ ਗਈ। ਇਹ ਜਿੰਨੇ ਐਗਜ਼ੀਮਾ, ਦਾਦ, ਖਜਰ, ਖਾਜ, ਸਰੋਸਿਸ ਹੈਗੇ ਨੇ, ਜਿੰਨੇ ਵੀ ਇਹ ਨੇ, ਇਹ ਸਾਰੇ ਲੀਵਰ ਡਿਜ਼ੀਜ਼ ਹੈ। ਇਹ ਲੀਵਰ ਤੋਂ ਹੋਣੇ ਨੇ। ਸਾਡੀਆਂ ਜਿਵੇਂ ਬੋਨ ਤੇ ਬਾਲ ਨੇ, ਇਹ ਸਾਡੀ ਕਿਡਨੀ ਤੋਂ ਬਣਦੇ ਨੇ। ਲੀਵਰ ਦੇ ਕੋਲ ਲਿਗਾਮੈਂਟਸ ਤੇ ਟੈਂਡਨਸ ਤੇ ਮਸਲਸ ਹੁੰਦੇ ਨੇ, ਇਸ ਕਰਕੇ ਸਾਰੀ ਸਕਿਨ ਦਾ ਟੈਕਸਚਰ ਜਿਹੜਾ ਲੀਵਰ ਤੋਂ ਬਣਦਾ, ਉਹਦੇ ਕੋਲ ਬਲੱਡ ਹੁੰਦਾ। ਇਹਦੇ 'ਚ ਕੀ ਹੁੰਦਾ ਹੈ? 2 ਚੀਜ਼ਾਂ ਹੁੰਦੀਆਂ ਨੇ, ਇੱਕ ਡਿਪਰੈਸ਼ਨ, ਇੱਕ ਸਾਡਾ ਲੀਵਰ ਦਾ ਅਪਸੈਟ ਹੋਣਾ। ਜਦੋਂ ਲੀਵਰ ਅਪਸੈਟ ਹੁੰਦਾ, ਨਾਲ ਸਾਨੂੰ ਸਟੇਨ ਹੁੰਦੀ ਹੈ, ਉਦੋਂ ਕੀ ਹੁੰਦਾ ਹੈਗਾ? ਸਕਿਨ ਸਰੋਸਿਸ, ਐਗਜ਼ੀਮਾ, ਦੰਦਰ ਉਦੋਂ ਹੁੰਦਾ। ਤੇ ਡਾਕਟਰ ਸਾਹਿਬ, ਅੱਖਾਂ ਦੇ ਨੀਚੇ ਸਿਆਹੀਆਂ ਪੈਣਾ, ਉਹ ਨੌਜਵਾਨ ਬੱਚੀਆਂ ਨੂੰ ਵੀ, ਮੁੰਡਿਆਂ ਨੂੰ ਵੀ ਕਈ ਵਾਰੀ ਨਾ, ਉਹਨਾਂ ਨੂੰ ਇਹ ਵੀ ਸੁਣਨਾ ਪੈਂਦਾ, ਭਾਈ ਤੂੰ ਨਸ਼ਾ ਕਿਹੜਾ ਕਰਦਾ, ਜਦ ਕਿ ਉਹ ਕਿਤੇ ਬਿਲਕੁਲ ਨੇੜੇ ਤੇੜੇ ਵੀ ਨਹੀਂ ਹੁੰਦੇ ਜਿੰਨੇ ਚਾਹੀਦੇ, ਔਰ ਡਾਈਟ ਵੀ ਉਹਨਾਂ ਦੀ ਅੱਛੀ ਹੁੰਦੀ ਹੈ, ਐਕਸਰਸਾਈਜ਼ ਵੀ ਉਹਨਾਂ ਦੀ ਠੀਕ ਹੁੰਦੀ ਹੈ, ਫਿਰ ਵੀ ਕਈ ਵਾਰੀ ਅੱਖਾਂ ਦੇ ਨੀਚੇ ਕਾਲੇ। ਨਹੀਂ ਜੀ, ਉਹਨਾਂ ਦੇ ਡਾਈਟ ਨਹੀਂ ਅੱਛੀ ਹੁੰਦੀ, ਉਹ ਫਰੈਸ਼ ਡਾਈਟ ਨਹੀਂ ਖਾਂਦੇ, ਮੋਸਟ ਪ੍ਰੋਬਬਲੀ ਟਿੰਡ ਪੈਕ ਡਾਈਟ ਖਾਂਦੇ ਨੇ, ਦੱਸਦੇ ਨਹੀਂ ਹੈਗੇ, ਜਾਂ ਫੋਰਟੀਫਾਈਡ ਫੂਡ ਖਾਂਦੇ ਨੇ, ਜਿਹੜਾ ਅੱਜ ਕੱਲ੍ਹ ਅਮਰੀਕਾ ਤੋਂ ਪ੍ਰਚਲਿਤ ਹੋ ਕੇ ਮੋਦੀ ਜੀ ਇੰਡੀਆ 'ਚ ਵੀ ਚਾਲੂ ਕਰਨ ਲੱਗੇ ਨੇ। ਉਹ ਬਹੁਤ ਅਮਰੀਕਾ ਦੇ ਭਗਤ ਨਹੀਂ ਨਾ, ਉਹ ਕਹਿੰਦੇ ਨੇ ਵੀ ਸਾਰਾ ਸਮਾਨ ਇੱਥੇ ਇੰਡੀਆ 'ਚ ਵਿਕ ਜੇ, ਸਾਰਾ ਹਿੰਦੁਸਤਾਨ ਬਿਮਾਰ ਹੋ ਜਾਏ, ਠੀਕ ਨਹੀਂ। ਉਹ ਫੋਰਟੀਫਾਈਡ ਫੂਡ ਖਾਂਦੇ ਨੇ ਬੱਚੇ ਨੂੰ ਗੱਲਾਂ ਦੀ ਸਮਝ ਹੈ ਨਹੀਂ। ਉਹਨਾਂ ਨੂੰ ਫੋਰਟੀਫਾਈਡ ਫੂਡ ਨੂੰ ਸਾਡੇ ਨੂੰ ਐਡਵਰਟਾਈਜ਼ ਕਰਨ ਵਾਲੇ ਸਾਡੇ ਸਾਰੇ ਹਸਪਤਾਲਾਂ ਦੇ ਵਿੱਚ ਡਾਕਟਰ ਜਿਹੜੇ ਨੇ ਵੈਸਟਰਨ ਮੀਡੀਆ ਨੇ ਟ੍ਰੇਨਡ ਕੀਤੇ ਹੋਏ ਨੇ। ਉਹਨਾਂ ਦਾ ਰਿਜ਼ਲਟ ਉਦੋਂ ਆਉਂਦਾ ਜਦੋਂ ਲੋਕਾਂ ਨੂੰ ਕੈਂਸਰਸ ਹੋ ਜਾਂਦਾ, ਜਦੋਂ ਆਰਥੋਰਾਈਟਸ ਹੋ ਜਾਂਦਾ, ਲੋਕਾਂ ਨੂੰ ਹੋਰ ਚੀਜ਼ਾਂ ਬਿਮਾਰੀਆਂ ਪੈਂਦੀਆਂ ਨੇ, ਐਗਜ਼ੀਮਾ ਹੋ ਜਾਂਦਾ, ਖਾਦ ਹੋ ਜਾਂਦੀ ਹੈ, ਦੰਦਰ ਹੋ ਜਾਂਦੀ ਹੈ, ਅੱਖਾਂ ਦੇ ਥੱਲੇ ਕਾਲੇ ਨਿਸ਼ਾਨ ਪੈ ਜਾਂਦੇ। ਇਹ ਰਿਜ਼ਲਟ ਉਦੋਂ ਹੁੰਦਾ। ਇਸ ਕਰਕੇ ਇਹਨਾਂ ਬੱਚਿਆਂ ਨੂੰ ਮੈਂ ਸਪੈਸ਼ਲ ਰਿਕੁਐਸਟ ਕਰਨ ਲੱਗੇ ਹਾਂ ਕਿ ਇਹ ਕਦੇ ਨਹੀਂ ਪੈਣਗੇ। ਜੇ ਤੁਸੀਂ ਫਰੈਸ਼ ਖਾਣਾ ਖਾਂਦੇ ਹੋ, ਟਾਈਮ ਤੇ ਖਾਣਾ ਖਾਂਦੇ ਹੋ, ਤੇ ਪੂਰਾ ਪਾਣੀ ਪੀਂਦੇ ਹੈਗੇ ਹੋ, ਪਾਣੀ ਨੂੰ ਪੂਰਾ ਪੀਂਦੇ ਰਹੋ। ਸਕਿਨ ਨੂੰ ਬਚਾਉਣ ਲਈ ਪਾਣੀ ਜਿਹੜਾ ਸਭ ਤੋਂ ਵੱਡਾ ਟ੍ਰੀਟਮੈਂਟ ਹੈ ਦੁਨੀਆ ਦਾ, ਤਾਜ਼ਾ ਪਾਣੀ, ਉਸ ਤੋਂ ਵੱਡਾ ਕੋਈ ਟ੍ਰੀਟਮੈਂਟ ਨਹੀਂ। ਇੱਕ ਸਕਿਨ ਦੇ ਉੱਤੇ ਛੇਤੀ
ਉਹ ਚੀਜ਼ ਨਾ ਲਾਓ ਜਿਹੜੀ ਤੁਸੀਂ ਖਾ ਨਹੀਂ ਸਕਦੇ, ਕਿਉਂਕਿ ਜਿਹੜੀਆਂ ਖਾਣ ਦੀਆਂ ਚੀਜ਼ਾਂ ਇਹ ਸਕਿਨ ਦੇ ਉੱਤੇ ਜਿਹੜੇ ਲਾਉਣੇ ਉਹ ਵੀ ਸਕਿਨ ਖਾ ਕੇ ਉਹਨੂੰ ਠੀਕ ਕਰਦੀ ਹੈ ਜੀ। ਅਸੀਂ ਜਿਹੜਾ ਕੁਝ ਦੇਖਿਆ, ਕਦੇ ਕੈਮੀਕਲ ਕੁਝ ਹੋਰ ਅਸੀਂ ਸਕਿਨ ਦੇ ਉੱਤੇ, ਕਦੇ ਅਸੀਂ ਕੋਈ ਉਹਦੇ ਤੇ ਅਸੀਂ ਰਫ ਕਰਨ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਜਿਹੜੀਆਂ ਇੱਥੋਂ ਤੱਕ ਕਿ ਡਾਕਟਰ ਸਾਹਿਬ ਇੱਥੇ ਟੀਕੇ ਵੀ ਲੱਗਦੇ ਨੇ। ਉਹ ਸਾਰਾ ਇੱਕ ਬਹੁਤ ਮਿਲੀ ਭੁਗਦਾ ਡਰੱਗ ਮਾਫੀਆ ਦਾ ਡਰਾਮਾ ਹੈਗਾ। ਉਹ ਟੀਕੇ ਟੂਕੇ ਨਾਲ ਸਕਿਨ ਕਦੇ ਠੀਕ ਨਹੀਂ ਹੋਈ। ਤੁਸੀਂ ਇੱਕ ਗੱਲ ਮੈਨੂੰ ਦੱਸੋ ਕਿ ਜਿਹੜੀ ਚੀਜ਼ ਅੰਦਰੋਂ ਉੱਗ ਕੇ ਆਈ ਹੈ, ਇੱਕ ਚੀਜ਼ ਦੇ ਰੂਟਸ ਖਰਾਬ ਨੇ, ਉਹਦੇ ਪੱਤਿਆਂ ਦੇ ਸਪਰੇਅ ਕਰਨ ਨਾਲ ਕਿਵੇਂ ਠੀਕ ਕਰ ਲਓਗੇ ਜੀ? ਜਦੋਂ ਸਕਿਨ ਜਿਹੜੀ ਹੈਗੀ ਹੈ, ਥੋੜੀਆਂ ਬੇਸਿਕ ਰੂਟਸ ਹੈ ਬੋਡੀ ਦੀ, ਅੰਦਰੋਂ ਰੂਟਸ ਜਦੋਂ ਖਰਾਬ ਹੁੰਦੀਆਂ ਨੇ ਸਕਿਨ ਖਰਾਬ ਹੁੰਦੀ ਹੈ। ਇਸ ਕਰਕੇ ਰੂਟਸ ਨੂੰ ਤਾਂ ਰੂਟਸ ਤੋਂ ਹੀ ਫੀਡ ਕੀਤਾ ਜਾ ਸਕਦਾ ਹੈ। ਤੁਹਾਨੂੰ ਸਕਿਨ ਦੇ ਜਿਹੜੀ ਟੈਕਸਚਰ ਹੈ, ਜਿਹੜਾ ਸਕਿਨ ਦਾ ਕੁਦਰਤ ਨੇ ਬਣਾਇਆ ਹੈ, ਇਹ ਨਾ ਤੁਸੀਂ ਗੋਰੀ ਕਰ ਸਕਦੇ ਹੋ, ਇਹਨੂੰ ਕਾਲੀ ਕਰ ਸਕਦੇ ਹੋ। ਜਿਵੇਂ ਐਡਵਰਟਾਈਜ਼ਮੈਂਟ ਦੇ ਵਿੱਚ ਵੱਡੀਆਂ ਐਕਟਰ ਦਿਖਾ ਰਹੇ ਹੁੰਦੇ ਨੇ ਬੈਠੇ, ਉਹਨਾਂ ਨੂੰ ਤਾਂ ਪੈਸਾ ਮਿਲਦਾ ਹੁੰਦਾ ਹੈ। ਦੁਨੀਆ ਦਾ ਕੋਈ ਵੀ ਐਕਟਰ, ਕੋਈ ਵੀ ਐਕਟਰੈਸ ਖੜਾ ਹੋ ਕੇ ਇੱਕ ਵਾਰ ਦੱਸ ਦੇ ਕੋਈ ਸਕਿਨ ਦਾ ਟੈਕਸਚਰ ਚੇਂਜ ਕਰ ਦੂਗਾ। ਇਹ ਕੁਦਰਤ ਨੇ ਜੋ ਤੁਹਾਨੂੰ ਦਿੱਤਾ ਉਹੀ ਹੋਊ। ਹਾਂ, ਇਹਦੀ ਇੱਕ ਸ਼ਾਈਨਿੰਗ ਹੈ, ਇਹਦੀ ਇੱਕ ਗਲੋ ਹੈ, ਇਹਦੀ ਇੱਕ ਮੇਨਟੇਨੈਂਸ ਹੈ, ਉਹ ਜ਼ਰੂਰ ਅਸੀਂ ਕਰ ਸਕਦੇ ਹਾਂ। ਤੇ ਉਹਦੇ ਵਿੱਚ ਇਹ ਹੈਗਾ ਸਭ ਤੋਂ ਵੱਡਾ ਸਾਡਾ ਖਾਣ ਪਾਣ ਹੈ। ਹੁਣ ਜਿਵੇਂ ਸਕਿਨ ਖਰਾਬ ਹੋ ਜੇ, ਸਕਿਨ ਖਰਾਬ ਹੋਣ ਲਈ ਉਹਦੇ ਵਿੱਚ ਸਾਡੇ ਕੋਲ ਹੋਮ ਰੈਮਡੀਜ਼ ਵੀ ਨੇ। ਸਾਡੇ ਕੋਲ ਇੱਥੇ ਵੀ ਅਸੀਂ ਦਵਾਈਆਂ ਜਿਹੜੀਆਂ ਬਣਾਉਂਦੇ ਹਾਂ, ਹਰਬਲ ਮੈਡੀਸਨ ਦੇ ਉੱਤੇ ਮੈਂ ਜ਼ਿਆਦਾ ਕੰਮ ਕਰਦਾ, ਉਹ ਬਣਾਉਣਾ। ਆਯੁਰਵੇਦ ਦੀਆਂ ਵੀ ਬਣਾਉਂਦੇ ਹਾਂ, ਪਰ ਮੈਂ ਹਰਬਲ ਮੈਡੀਸਨ ਦੇ ਉੱਤੇ ਵੱਧ ਯਕੀਨ ਰੱਖਦਾ ਕਿ ਹਰਬਲ ਮੈਡੀਸਨ ਇੱਕ ਬੋਡੀ ਦੀ ਖੁਰਾਕ ਹੀ ਹੈ। ਉਹਨੂੰ ਫਾਈਟੋ ਮੈਡੀਸਨ ਵੀ ਕਹਿੰਦੇ ਨੇ। ਜਿਵੇਂ ਹੁਣ ਸਕਿਨ ਦੀ ਬਿਮਾਰੀ ਤੁਹਾਨੂੰ ਆ ਗਈ, ਸਕਿਨ ਦੀ ਬਿਮਾਰੀ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ, ਆਪਦੇ ਸਿਸਟਮ ਨੂੰ ਅੰਦਰੋਂ ਕਲੀਨ ਕਰਨਾ। ਜੇ ਸਿਸਟਮ ਕਲੀਨ ਨਹੀਂ ਕਰੋਗੇ, ਉੱਪਰ ਜਿੰਨਾ ਮਰਜ਼ੀ ਮੇਕਅਪ ਕਰੀ ਜਾਓਗੇ, 2-4 ਦਿਨ ਮੇਕਅਪ ਹੋਊਗਾ, ਉਸ ਤੋਂ ਬਾਅਦ ਜਦੋਂ ਛੱਡੋਗੇ ਫਿਰ ਉਹੀ ਦੇਖੋ ਜੀ। ਇਸ ਕਰਕੇ ਜੇ ਸਕਿਨ ਦੀ ਕੋਈ ਬਿਮਾਰੀ ਡਿਜ਼ੀਜ਼ ਹੁੰਦੀ ਹੈ, 5-6 ਚੀਜ਼ਾਂ ਮੈਂ ਲੋਕਾਂ ਨੂੰ ਕਹਿਣ ਲੱਗਿਆ। ਹੋਰ ਸਾਡੇ ਕੋਲ ਬਹੁਤ ਤਰ੍ਹਾਂ ਦੀਆਂ, ਲੰਬਾ ਕੰਮ ਹੋ ਜੂ, ਪਰ ਉਹ ਚੀਜ਼ਾਂ ਆਮ ਲੋਕ ਘਰਾਂ 'ਚ ਨੁਸਖੇ ਰੱਖ ਲੈਣ। ਕੀ ਕਰਨਾ ਹੈ? ਇੱਕ ਮਜੀਠ ਲਓ, ਗੁਲਾਬ ਦੇ ਫੁੱਲ ਲਓ, ਗੋਰਖਮੁੰਡੀ ਲਓ, ਬ੍ਰਹਮ ਡੰਡੀ ਲਓ। ਮੈਂ ਇਹਨਾਂ ਦੀ ਕੱਲੀ ਕੱਲੀ ਚੀਜ਼ ਦੱਸਦਾ। ਮਜੀਠ ਕੀ ਹੈ? ਐਂਟੀਪੈਰਿਕ ਹੈ, ਐਂਟੀਸੈਪਟਿਕ ਹੈ। ਸਾਡੇ ਸਕਿਨ ਦੇ ਵਿੱਚੋਂ, ਅੰਦਰਲੀ ਸਕਿਨ ਚੋਂ ਤੇ ਸਾਡੀ ਇੰਟੈਸਟਾਈਨ ਦੇ ਵਿੱਚੋਂ ਸਾਰੇ ਜਨਮ ਦੇ ਪੈਰਾਸਾਈਟਸ ਨੂੰ ਮਾਰਦਾ ਜੀ। ਵੱਡਾ ਫੰਕਸ਼ਨ ਹੋ ਗਿਆ ਤਾਂ ਬਿਲਕੁਲ ਬਿਲਕੁਲ। ਉਸ ਤੋਂ ਅੱਗੇ ਸਾਡੇ ਕੋਲ ਗੋਰਖਮੁੰਡੀ ਹੈ, ਮੁੰਡੀ। ਇਹ ਸਾਡੇ ਬ੍ਰੇਨ ਦੇ ਨਾਲ ਜਿਹੜਾ ਸੰਪਰਕ ਹੈ, ਕਮਿਊਨੀਕੇਸ਼ਨ ਦਾ, ਗੈਸ ਦਾ, ਉਹਦਾ ਬੈਲੈਂਸ ਕਰਦੀ ਹੈ, ਸਾਡੀ ਸਰਕੂਲੇਸ਼ਨ ਠੀਕ ਰੱਖਦੀ ਹੈ। ਬ੍ਰਹਮ ਡੰਡੀ ਹੈ, ਇਹ ਸਾਨੂੰ ਸਾਡੀ ਜਿਹੜੀ ਬਾਹਰਲੀ ਬਿਆਨ ਬਾਜੂ ਹੈ ਤੇ ਹੈਡ ਦੀ ਬਾਜੂ ਹੈ, ਉਹਦਾ ਸਰਕੂਲੇਸ਼ਨ ਬੋਡੀ ਦੇ ਉੱਪਰ ਸਕਿਨ ਦੇ ਨਾਲ ਚਲਾਉਂਦੀ ਹੈਗੀ ਹੈ। ਉਸ ਤੋਂ ਬਾਅਦ ਸਾਡੇ ਕੋਲ ਫਿਰ ਹੈਗੀ ਹੈ ਗਲੋ। ਗਲੋਏ ਨੂੰ ਇੱਕ ਅੰਮ੍ਰਿਤ ਕਿਹਾ ਗਿਆ, ਅੰਮ੍ਰਿਤ ਵੇਲ ਕਿਹਾ ਗਿਆ। ਗਲੋ ਹੈ, ਇਹ ਖੂਨ ਨੂੰ ਸ਼ੁੱਧ ਕਰਦੀ ਹੈ, ਸਾਡੀ ਇਮਿਊਨਿਟੀ ਵਧਾਉਂਦੀ ਹੈ। ਠੀਕ ਹੈ, ਇਹ ਚੀਜ਼ਾਂ ਜਿਹੜੀਆਂ ਨੇ ਤੁਸੀਂ 4-5 ਦਾ ਕਾੜਾ ਬਣਾ ਲਓ। ਕਾੜਾ ਇਹਨੂੰ ਕੁੱਟ ਕੇ ਚੀਜ਼ਾਂ ਨੂੰ 7-8 ਗ੍ਰਾਮ ਨੂੰ ਪਾਣੀ 'ਚ ਉਬਾਲੋ, ਠੰਡਾ ਕਰਕੇ ਸਵੇਰੇ ਪੀਓ। 10-15 ਦਿਨ ਪੀਓਗੇ ਤੁਹਾਡੀ ਸਕਿਨ ਦੇ ਆਪਣੇ ਆਪ ਗਲੋ ਹੋਣ ਲੱਗ ਜਾਂਦੀ। ਉਸ ਤੋਂ ਬਾਅਦ ਪਹਿਲੀ ਤਾਂ ਖਾਣ ਵਾਲੀ ਚੀਜ਼ ਇਹ ਠੀਕ ਕਰੋ। ਉਸ ਤੋਂ ਬਾਅਦ ਕੁਝ ਦਵਾਈਆਂ ਨੇ ਜਿਹੜੀਆਂ ਉਹ ਵੀ ਹੈਗੀਆਂ ਨੇ, ਪਰ ਤੁਹਾਨੂੰ ਮੈਂ ਉਹ ਫਾਰਮੂਲਾ ਦੇਣ ਲੱਗਿਆ ਜਿਹੜਾ ਤੁਹਾਨੂੰ ਸ਼ਾਇਦ ਵਰਲਡ ਦੇ ਕਿਸੇ ਡਾਕਟਰ ਨੇ ਦਿੱਤਾ। ਉਹ ਮੈਂ ਸੀਕ੍ਰੇਟ ਫਾਰਮੂਲਾ ਦੇ ਮੈਂ ਇੱਥੇ ਤਿਆਰ ਕਰਦਾ। ਹਾਂਜੀ ਜੀ, ਇਹ ਬਿਲਕੁਲ ਡਾਕਟਰ ਸਾਹਿਬ ਜਿਹੜਾ ਸੀਕ੍ਰੇਟ ਫਾਰਮੂਲਾ ਦੱਸਾਂਗੇ, ਦਰਸ਼ਕ ਪ੍ਰੋਗਰਾਮ ਦੇਖਦੇ ਰਹਿਣ। ਇਸ ਤੋਂ ਪਹਿਲਾਂ ਸਿਰਫ ਇੱਕ ਚੀਜ਼ ਰਹਿ ਗਈ, ਅਕਸਰ ਲੋਕਾਂ ਦੇ ਸਿਰ 'ਚ ਸਿੱਕਰੀ ਹੁੰਦੀ ਹੈ, ਉਹ ਖੁਸ਼ਕੀ ਕਰਕੇ ਰਹਿੰਦੀ ਹੈ। ਸਿੱਕਰੀ ਨੂੰ ਵੀ ਇਹੀ ਕਵਰ ਕਰੂ ਜਿਹੜੀ ਮੈਂ ਤੁਹਾਨੂੰ ਬਾਲਣ ਵਾਲੀ ਦਵਾਈ ਦਿੱਤੀ ਹੈ, ਇਹ ਕਵਰ ਕਰੂਗੀ। ਕਵਰ ਕਰਕੇ ਹੋਏ ਕੋਈ ਵੀ ਸਰੀਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੈਮੀਕਲ ਨਾ ਲਾਓ। ਜੇ ਲਾਉਣਾ ਹੈ ਤਾਂ ਵੱਧੋ ਵੱਧ ਕੋਈ ਜ਼ਿਆਦਾ ਖਾਦ ਖੁਜਲੀ ਹੈ, ਨੀਮ ਦਾ ਤੇਲ ਲਾ ਲਓ ਜਾਂ ਨਿੰਮ ਦੇ ਪੱਤੇ ਲੈ ਲਓ। ਉਦੋਂ ਬਾਅਦ ਆਪਣੇ ਜਿਹੜਾ ਹੁੰਦਾ ਹੈ ਗੇਂਦਾ, ਉਹਦੇ ਫੁੱਲ ਦੀਆਂ ਪੱਤੀਆਂ ਲੈਣੀਆਂ ਨੇ। ਗੇਂਦੇ ਦੇ ਫੁੱਲ ਦੀਆਂ ਪੱਤੀਆਂ, ਨੀਮ ਦਾ ਤੇਲ, ਉਸ ਤੋਂ ਅੱਗੇ ਪੁਦੀਨਾ। ਇਹ 3 ਚੀਜ਼ਾਂ ਨੂੰ ਲੈ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਤੇਲ ਦੇ ਵਿੱਚ, ਕਿਸੇ ਵੀ ਤੇਲ ਦੇ ਵਿੱਚ ਕਾੜ ਕੇ ਇਹਦੀ ਕਰੀਮ ਬਣਾ ਲਓ। ਉਹ ਤੁਸੀਂ ਕਰੀਮ ਲਾ ਸਕਦੇ ਹੋ। ਉਹ ਸਭ ਤੋਂ ਬੈਸਟ ਕਰੀਮ ਹੈ ਸਕਿਨ ਦੀ ਡਿਜ਼ੀਜ਼ ਲਈ, ਸਰੋਸਿਸ ਲਈ, ਐਗਜ਼ੀਮੇ ਲਈ, ਦਰਦ ਲਈ। ਸਿਰ 'ਚ ਵੀ ਲਾ ਸਕਦੇ ਹੋ ਉਹ। ਈਵਨ ਸਿਰ ਦੇ ਵਿੱਚ ਜੇ ਤੁਸੀਂ ਉਹ ਨਹੀਂ ਲਾਉਣਾ ਤਾਂ ਤੁਸੀਂ ਨਿੰਮ ਦੇ ਪੱਤਿਆਂ ਦਾ ਤੇਲ ਜਾਂ ਨਿੰਮ ਆਇਲ ਲੈ ਲਓ, ਪੁਦੀਨੇ ਦੇ ਪੱਤਿਆਂ ਦਾ ਤੇਲ, ਉਹ ਨਿਕਲ ਜਾਂਦਾ ਘਰੇ ਕੁੱਟ ਕੇ। ਤੇ ਦੂਜੇ ਪਾਸੇ ਜਿਹੜੀ ਗੇਂਦਾ ਹੈਗਾ, ਉਹਦੇ ਫੁੱਲਾਂ ਦੀ ਪੱਤੀਆਂ ਦਾ ਤੇਲ। ਇਹ ਤਿੰਨਾਂ ਨੂੰ ਲੈ ਕੇ ਬਰਾਬਰ ਮਾਤਰਾ 'ਚ ਲਾ ਲਓ। ਥੋੜਾ ਜਿਹਾ ਟਿਪ ਨਾਲ ਹੀ ਤੁਸੀਂ ਸਿਰ ਦੇ ਵਿੱਚ 5-4 ਵਾਰ ਫੇਰ ਉਹ ਤੀਜੇ-ਚੌਥੇ ਦਿਨ ਸਿੱਕਰੀ ਗੁਆਂਢੀਆਂ ਦੀ ਵੀ ਖਤਮ ਹੋ ਜਾਂਦੀ, ਆਪਣੀ ਤਾਂ ਦੂਰ ਦੀ ਗੱਲ ਰਹੀ। ਡਾਕਟਰ ਸਾਹਿਬ ਹੁਣ ਉਹ ਬ੍ਰਹਮ ਅਸਤਰ ਸਾਡੇ ਦਰਸ਼ਕਾਂ ਨੂੰ ਦੱਸੋ ਜਿਹਦੇ ਨਾਲ ਸਕਿਨ ਦੀ ਕੋਈ ਵੀ ਬਿਮਾਰੀ ਨਾ ਹੋਵੇ ਜੀ। ਮੈਂ ਦੇਖੋ ਸਕਿਨ ਦੇ ਵਿੱਚ ਇੱਕ ਤੁਹਾਨੂੰ ਫਾਰਮੂਲਾ ਦੇਣ ਲੱਗਿਆ ਜਿਹੜਾ ਤੁਸੀਂ ਸਦਾ ਯਾਦ ਕਰੋਗੇ। ਜੌਂ
ਜੌਂ ਜੌਂ ਦੁਨੀਆ ਦੇ ਵਿੱਚ ਜਿਹੜੀ ਸਕਿਨ ਨਿਖਾਰ ਲਈ ਸਭ ਤੋਂ ਵੱਡਾ ਕੰਮ ਕਰਦੇ ਨੇ। ਜੌਂ ਦਾ ਆਟਾ ਸਾਡੇ ਪਹਿਲਾਂ ਬਟਨੇ 'ਚ ਵੀ ਪਾ ਕੇ ਮਲਦੇ ਸੀ, ਜੌਂ ਦਾ ਵੀ ਤੇ ਬੇਸਨ ਵੀ। ਉਸ ਤੋਂ ਅੱਗੇ ਸਾਡੇ ਕੋਲ ਹਲਦੀ ਹੈ। ਹਲਦੀ ਵੀ ਜਿਹੜੀ ਹੈ ਖੂਨ ਸਾਫ਼ ਕਰਦੀ ਹੈ। ਜਟਾਮੰਸੀ ਹੈ। ਜਟਾਮੰਸੀ ਕੀ ਕਰਦੀ ਹੈ? ਜਿਹੜੀ ਸਕਿਨ ਦੇ ਉੱਤੇ ਕਾਲੇ ਧੱਬੇ ਹੋ ਜਾਂਦੇ ਨੇ, ਉਹਨਾਂ ਕਾਲੇ ਧੱਬਿਆਂ ਦਾ ਨਾਸ਼ ਕਰਦੀ ਹੈ। ਜਟਾਮੰਸੀ ਦੇ ਨਾਲ ਤੁਸੀਂ ਕੀ ਕਰੋਗੇ? ਛੜ ਛਲਿੰਗ ਪਾ ਲਓ। ਛੜ ਛਲਿੰਗ ਦੇ ਬਾਅਦ ਨਗਰ ਮੇਥਾ ਪਾ ਲਓ। ਫਿਰ ਉਸ ਤੋਂ ਬਾਅਦ ਕਪੂਰ ਕਚਰੀ ਪਾ ਲਓ, ਹਾਊ ਬੇਰ ਪਾ ਲਓ। ਇਹ 5 ਚੀਜ਼ਾਂ ਨੇ ਜਿਹੜੀਆਂ ਤੁਹਾਡੇ ਚਿਹਰੇ ਦੇ ਉੱਤੇ ਕਾਲੇ ਦਾਗ ਕਿਸੇ ਵੀ ਤਰ੍ਹਾਂ ਦੇ ਕਿਸੇ ਔਰਤ ਦੇ ਰਹਿ ਜਾਣ ਤਾਂ ਮੈਂ ਦੇਣਦਾਰ ਰਹੂੰਗਾ। ਉਹਨੂੰ ਇਹਨਾਂ ਨੂੰ ਨੋਟ ਕਰ ਲੈਣਾ ਚਾਹੀਦਾ। ਇਹ ਜਿਹੜੇ ਅਰਬਾਂ ਰੁਪਏ ਖਰਚ ਕੇ ਵੀ ਕਹਿੰਦੇ ਨੇ ਵੀ ਸਕਿਨ ਦਾ ਦਾਅਵਾ ਕਰਦੇ ਨੇ, ਮੈਂ ਇਹ ਟੈਸਟ ਕੀਤਾ। ਇੱਕ ਵਾਰੀ ਵੀ ਹਫ਼ਤੇ ਦੇ ਵਿੱਚ ਤੁਸੀਂ ਲਾ ਲਓ 1 ਮਹੀਨੇ ਲਈ, ਤਾਂ ਚਿਹਰਾ ਐਂ ਲੱਗਦਾ ਜਿਵੇਂ ਬੱਚੇ ਨੇ ਨਵਾਂ ਬਰਸ ਦੇ ਕੇ ਕੁਦਰਤ ਨੇ ਨਵੀਂ ਸਕਿਨ ਲਾਈ ਹੋਵੇ। ਉਸ ਤੋਂ ਬਾਅਦ ਇਹਦੇ ਵਿੱਚ ਕੀ ਹੈਗਾ? ਸੰਤਰੇ ਦੇ ਛਿੱਲੜ। ਸੰਤਰੇ ਦੇ ਛਿੱਲੜ ਪਾਉਣੇ, ਸੰਤਰਾ ਨਹੀਂ ਪਾਉਣਾ। ਫਿਰ ਉਸ ਤੋਂ ਅੱਗੇ ਮਸਰੀ ਦੀ ਦਾਲ ਹੈ। ਇਹ ਮਸਰੀ ਦੀ ਦਾਲ ਤੇ ਸੰਤਰੇ ਦੇ ਛਿੱਲੜ ਜਿਹੜੇ ਨੇ ਇਹ ਸਕ੍ਰੈਬਰ ਦਾ ਕੰਮ ਕਰਦੇ। ਕਿਹਦਾ? ਇਹਨਾਂ ਦਾ ਪਾਊਡਰ ਬਣਾ ਕੇ ਫੇਰਦੇ ਹੋ। ਇਹ ਜਿਹੜੀ ਕੋਈ ਹੋਰ ਸਕਿਨ ਦੇ ਉੱਤੇ ਡੈਡ ਸਕਿਨ ਹੈ ਉਹਨੂੰ ਸਾਰੀ ਨੂੰ ਆਪਣੇ ਆਪ ਲਾਹੁੰਦੇ ਨੇ। ਤੁਹਾਨੂੰ ਹੋਰ ਉੱਥੇ ਬਾਜ਼ਾਰ ਦੇ ਵਿੱਚੋਂ ਸਕ੍ਰੈਬਰ ਜਿਹੜੇ ਖਰੀਦਦੇ ਹੋ ਉਹ ਬੜੇ ਕੈਮੀਕਲਸ ਵਾਲੇ ਹੁੰਦੇ ਨੇ ਤੇ ਬੜੇ ਰਫੇਜ ਕਰਦੇ ਨੇ ਸਕਿਨ ਨੂੰ ਤੇ ਖਰਾਬ ਕਰਦੇ ਨੇ। ਇਹ ਸਕਿਨ ਦੀ ਲਾਈਫ ਵਧਾਉਂਦੇ ਨੇ। ਇਹ ਸਿਰਫ ਉਨੀ ਕੀ ਸਕਿਨ ਨੂੰ ਉਤਾਰਦੇ ਜਿਹੜੀ ਗੰਦੀ ਹੁੰਦੀ ਹੈ। ਉਸ ਤੋਂ ਅੱਗੇ ਤੁਹਾਡੇ ਕੋਲ ਫਿਰ ਮਲਤਾਨੀ ਮਿੱਟੀ ਹੈ। ਮਲਤਾਨੀ ਮਿੱਟੀ ਦੇ ਵਿੱਚ ਕੀ ਖੂਬੀ ਹੈਗੀ? ਤੁਸੀਂ ਹੈਰਾਨ ਦੀ ਗੱਲ ਹੋਵੋਗੇ। ਤੁਹਾਡੇ ਕਿੱਲ, ਮੁਹਾਸੇ, ਹੋਰ ਜਿਹੜੇ ਜਿੰਨੇ ਕੈਮੀਕਲ ਜਿਹੜੇ ਫਾਲਤੂ ਕਿਸਮ ਦੇ ਚੀਜ਼ਾਂ ਨਾਲ ਪੈਦਾ ਹੋ ਜਾਂਦੇ ਨੇ, ਮਲਤਾਨੀ ਮਿੱਟੀ ਇਹਨਾਂ ਨੂੰ ਸੱਕ ਕਰਕੇ ਬਾਹਰ ਕੱਢਦੀ ਹੈ। ਜੀ ਜੀ ਜੀ, ਬਾਹਰ ਕੱਢਦੀ ਹੈ ਮਲਤਾਨੀ ਮਿੱਟੀ, ਇਹਨੂੰ ਸੱਕ ਕਰਕੇ ਬਾਹਰ ਕੱਢਦੀ ਹੈ। ਫਿਰ ਉਸ ਤੋਂ ਅੱਗੇ ਦੇਸੀ ਗੁਲਾਬ ਹੈ। ਦੇਸੀ ਗੁਲਾਬ ਨਿਖਾਰ ਲੈ ਕੇ ਆਉਂਦਾ, ਉਹ ਖੁਸ਼ਬੂ ਵੀ ਲੈ ਕੇ ਆਉਂਦਾ। ਦੇਸੀ ਗੁਲਾਬ ਨਿਖਾਰ ਵੀ ਲੈ ਕੇ ਆਉਂਦਾ। ਫਿਰ ਮਜੀਠ ਹੈ। ਮਜੀਠ ਦਾ ਵੀ ਕੰਮ ਨਿਖਾਰ ਲਿਆਉਣਾ ਹੈ। ਫਿਰ ਉਸ ਤੋਂ ਅੱਗੇ ਜਿਹੜੇ ਉਹਦੇ ਗੁਣ ਨੇ ਤੁਹਾਨੂੰ ਪਤਾ ਹੀ ਹੈ ਵੀ ਐਂਟੀਸੈਪਟਿਕ ਹੈ, ਐਂਟੀਪੈਰਿਕ ਹੈ, ਕੋਈ ਫੋੜਾ ਫਿੰਸੀ ਹੈ, ਕੋਈ ਹੋਰ ਚੀਜ਼ ਹੈ ਨਖੀ, ਉਹਨੂੰ ਵੀ ਇਹ ਕਲੀਅਰ ਕਰਦੀ ਹੈਗੀ ਹੈ। ਉਸ ਤੋਂ ਅੱਗੇ ਹੁਸਨ ਯੂਸਫ ਹੈ। ਹੁਸਨ ਯੂਸਫ ਜਿਹੜਾ ਹੈਗਾ ਜਿੰਨੀ ਵੀ ਸਕਿਨ ਦੀ ਗੰਦੀ ਲੇਅਰ ਹੈ, ਸਕਿਨ ਦੇ ਉੱਤੇ ਜਿਹੜੀ ਗੰਦੀ ਲੇਅਰ ਹੈ ਉਹਨੂੰ ਸਾਫ਼ ਕਰਨੀ ਜੀ। ਬਹੁਤ ਕਮਾਲ ਦੀ ਦਵਾਈ ਹੈ ਹੁਸਨ ਯੂਸਫ। ਉਸ ਤੋਂ ਬਾਅਦ ਸਾਡੇ ਕੋਲ ਨੀਮ ਦੇ ਪੱਤੇ ਨੇ। ਨੀਮ ਦੇ ਪੱਤੇ ਵੀ ਜਿਹੜੇ ਨੇ ਇਹ ਦਾਗ ਜਿਹੜੇ ਨੇ ਉਹ ਠੀਕ ਕਰਦੇ ਨੇ। ਨੀਮ ਦੇ ਪੱਤਿਆਂ ਨਾਲ ਜੇ 2-4 ਪਿੱਪਲ ਦੇ ਪੱਤੇ ਪਾ ਲਈਏ ਇਹ ਹੋਰ ਵਧੀਆ ਹੁੰਦੇ ਨੇ। ਇਹ ਚੀਜ਼ਾਂ ਨੂੰ ਮਿਲਾ ਕੇ ਤੁਸੀਂ ਲਓ। ਮਿਲਾ ਕੇ ਉਸ ਤੋਂ ਬਾਅਦ ਇਹਦਾ ਬਰੀਕ ਪਾਊਡਰ ਬਣਾ ਲਓ। ਮਹੀਨ ਪਾਊਡਰ ਬਣਾ ਕੇ ਹਫ਼ਤੇ ਵਿੱਚ 1 ਵਾਰੀ ਜਾਂ 2 ਵਾਰੀ ਇਹਨੂੰ ਲਾਉਣਾ ਕਿਵੇਂ ਹੈਗਾ? ਇਹਨੂੰ ਜਾਂ ਤਾਂ ਗੁਲਾਬ ਜਲ ਦੇ ਵਿੱਚ, ਜਾਂ ਜੇ ਹੋ ਸਕੇ ਗੁਲਾਬ ਜਲ ਦੇ ਵਿੱਚ ਤੁਹਾਨੂੰ ਜੇ ਮਿਲਦਾ ਉਸ ਤੇ ਖਤੂਸ਼ ਦਾ ਆਇਲ, ਉਹ ਜੇ ਵਿੱਚ ਪੈ ਜਾਊਗਾ ਤਾਂ ਸਮਝ ਲਓ ਚਿਹਰਾ ਨਵਾਂ ਬਣ ਗਿਆ। ਪਰਮਾਤਮਾ ਨੇ ਨਵਾਂ ਲਾਤਾ। ਤੁਹਾਨੂੰ ਕਿਸੇ ਵੀ ਦੁਨੀਆ ਦੀ ਕਿਸੇ ਵੀ ਐਕਟਰੈਸ ਦੀ ਸਕਿਨ ਦੇਖਣ ਦੀ ਲੋੜ ਨਹੀਂ। ਆਪਣੀ ਸਕਿਨ ਦੇਖ ਕੇ ਖੁਸ਼ ਹੋਈ ਜਾਓਗੇ ਵੀ ਨੇਚਰ ਨੇ ਜੋ ਮੈਨੂੰ ਸਕਿਨ ਦਿੱਤੀ ਸੀ ਉਹ 100% ਮੇਰੀ ਉਹੀ ਸਕਿਨ ਹੈ। ਪੀਣ ਵਾਲੀ ਦਵਾਈ ਇਹ ਬਣਾ ਕੇ ਪੀ ਲਓ, ਇਹਨੂੰ ਲਾ ਲਓ, ਬਸ ਤੁਸੀਂ ਖੁਸ਼ ਹੋ ਕਲੈਕਟ ਕਰਦੇ ਫਿਰੋਗੇ। ਮੇਰੀ ਮਤਲਬ ਦੇਖ ਕੇ ਬੰਦੇ ਖੁਸ਼ ਨੇ, ਮੇਰੀ ਸਕਿਨ ਬਹੁਤ ਸੋਹਣੀ ਜੀ। ਬਹੁਤ ਕਮਾਲ ਦੀਆਂ ਗੱਲਾਂ ਨੇ ਜੀ ਡਾਕਟਰ ਸਾਹਿਬ ਦੀਆਂ। ਬਿਨਾਂ ਕੋਈ ਫਾਲਤੂ ਖਰਚਾ ਕੀਤੇ, ਥੋੜ੍ਹੀ ਜਿਹੀ ਮਿਹਨਤ ਜ਼ਰੂਰ ਹੈ। ਮਿਹਨਤ ਦੀ ਸਾਨੂੰ ਅੱਜ ਕੱਲ੍ਹ ਆਦਤ ਘੱਟ ਹੋ ਚੁੱਕੀ ਹੈ ਸਾਡੀ ਮਿਹਨਤ ਵਾਲੀ, ਪਰ ਜੇ ਅਸੀਂ ਥੋੜ੍ਹੀ ਜਿਹੀ ਮਿਹਨਤ ਕਰ ਲਈ ਤਾਂ ਡਾਕਟਰ ਸਾਹਿਬ ਨੇ ਜਿੰਨੇ ਨੁਸਖੇ ਦੱਸੇ ਨੇ ਇਹ ਚੀਜ਼ਾਂ ਇਕੱਠੀਆਂ ਕਰਕੇ ਜੇ ਅਸੀਂ ਇਹਨਾਂ ਨਾਲ ਇਲਾਜ ਕਰਦੇ ਹਾਂ ਤਾਂ ਸ਼ਾਇਦ ਬਹੁਤ ਜ਼ਿਆਦਾ ਗੁਣਕਾਰੀ ਨੇ ਇਹ ਇਲਾਜ, ਔਰ ਤੁਹਾਡੇ ਘਰਾਂ ਦੇ ਵਿੱਚ ਹੀ ਪਏ ਨੇ। ਜੀ ਡਾਕਟਰ ਸਾਹਿਬ ਤੁਸੀਂ ਕੁਛ ਹੋਰ? ਸਾਡੇ ਕੋਲ ਇਹ ਚੀਜ਼ਾਂ ਅਵੇਲੇਬਲ ਨੇ। ਅਸੀਂ ਹੋਰ ਵੀ ਸਕਿਨ ਦੀਆਂ ਬਹੁਤ ਡਿਜ਼ੀਜ਼ ਠੀਕ ਕਰਦੇ ਹਾਂ। ਸਾਡਾ ਮੈਨੂੰ ਲੱਗਦਾ ਸਕਿਨ ਦਾ ਰਿਜ਼ਲਟ ਲਗਭਗ ਜਿਹੜੇ ਵੱਡੇ ਹਸਪੀਟਲਾਂ 'ਚ ਆਉਂਦੇ ਨੇ ਸਟੀਰੋਇਡ ਖਾ ਕੇ, ਹੋਰ ਦਵਾਈਆਂ ਖਾ ਕੇ, ਉਹਨੂੰ ਵੀ ਅਸੀਂ 99% 100% ਦੇ ਕਰੀਬ ਹੀ ਦਿੰਦੇ ਹਾਂ। ਸਕਿਨ ਦੇ ਵਿੱਚ ਆਪਣੀ ਮਾਸਟਰੀ ਹੈ ਰੱਬ ਵੱਲੋਂ। ਮੈਂ ਡਾਕਟਰ ਸਾਹਿਬ ਇਹੀ ਗੱਲ ਕਹਿਣ ਲੱਗਿਆ ਸੀਗਾ। ਅਕਸਰ ਨਾ ਜੀ ਲੋਕਾਂ ਦੇ ਸਵਾਲ ਆਉਂਦੇ ਨੇ, ਪਿਛਲੀ ਵਾਰੀ ਵੀ ਤੁਸੀਂ ਇਹ ਦੱਸਿਆ ਕਿ ਬਰਸਾਤਾਂ ਦੇ ਮੌਸਮ 'ਚ ਰੈਸ਼ਿਜ਼ ਘਟਾਉਣ ਲਈ ਆਹ ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਤਾਂ ਲੋਕਾਂ ਦੇ ਸਵਾਲ ਆਉਂਦੇ ਨੇ ਜੀ ਕਿੰਨੀ ਮਾਤਰਾ 'ਚ ਕਿਸ ਤਰੀਕੇ ਨਾਲ ਲੈਣੀ ਹੈ ਚੀਜ਼ ਇਹ। ਤਾਂ ਮੈਂ ਇਹ ਦੱਸਣਾ ਚਾਹੂੰਗਾ ਕਿ ਤੁਸੀਂ ਡਾਕਟਰ ਸਾਹਿਬ ਨੂੰ ਚਾਹੇ ਫੋਨ ਕਰਕੇ ਇਹਨਾਂ ਤੋਂ ਟਾਈਮ ਲੈ ਕੇ ਤੁਸੀਂ ਇੱਥੇ ਆ ਸਕਦੇ ਹੋ। ਇਲਾਜ ਤੁਹਾਡੇ ਕੋਲ ਹੈਗਾ। ਇਹ ਸਾਰੀਆਂ ਚੀਜ਼ਾਂ ਹਮ ਵਜਨ ਬੋਲੇ ਜਾਂਦਾ ਵਿੱਚ ਬਰਾਬਰ ਮਾਤਰਾ ਵਿੱਚ ਲੈਣੀਆਂ ਨੇ। ਜਿਹੜਾ ਕਾੜਾ ਵੀ ਹੈ ਉਹਦੇ 'ਚ ਵੀ ਜਿਹੜੀਆਂ ਚੀਜ਼ਾਂ ਪੈਣੀਆਂ ਨੇ ਉਹ ਵੀ ਬਰਾਬਰ ਮਾਤਰਾ 'ਚ ਪੈਣੀਆਂ ਨੇ। 8 ਗ੍ਰਾਮ ਜਿਹੜਾ ਹੈਗਾ ਉਹਨੂੰ ਤੁਸੀਂ ਮਿਕਸੀ 'ਚ ਮੋਟਾ ਰਗੜ ਲਓ, ਉਹਦਾ ਉਬਾਲ ਕੇ ਜਿਹੜਾ ਹੈਗਾ ਫਿਰ ਡਿਕੋਕਸ਼ਨ ਬਣਾ ਕੇ ਪੀਣਾ ਹੈਗਾ। ਇਹ ਤੁਸੀਂ ਗੁਲਾਬ ਜਲ ਦੇ ਵਿੱਚ ਤੇ ਇਹਦੇ ਵਿੱਚ ਉਸ ਤੇ ਖਤੂਸ਼ ਆਇਲ ਦੇ 2-4 ਡ੍ਰੌਪ। ਉਸ ਤੇ ਖਤੂਸ਼ ਆਇਲ ਬਹੁਤ ਘੱਟ ਮਿਲਦਾ, ਸਾਡੇ ਕੋਲ ਅਵੇਲੇਬਲ ਹੈ ਜੀ। ਤੇ ਗੱਲ ਇਹ ਹੈ ਵੀ ਜੇ ਕੋਈ ਹਕੀਮ ਤੁਹਾਨੂੰ ਇਹੋ ਜਿਹਾ ਲੱਭ ਜੇ ਜਿਹੜਾ ਕਹੇ ਜੀ ਮੈਂ ਤਾਂ ਪੂਰੀ ਚਾਹ ਚੀਜ਼ ਪਾ ਕੇ ਦਿੱਤੀ ਆ, ਤਾਂ ਸ਼ਾਇਦ ਤੁਸੀਂ ਬਹੁਤ ਜ਼ਿਆਦਾ ਖੁਸ਼ ਹੋਵੋ। ਪਰ ਅਜਿਹੇ ਹਕੀਮ ਘੱਟ ਨੇ ਜੀ ਦੁਨੀਆ ਤੇ। ਔਰ ਡਾਕਟਰ ਜੋਗਿੰਦਰ ਟਾਈਗਰ ਨੇ ਜਿੰਨੀਆਂ ਗੱਲਾਂ ਦੱਸੀਆਂ ਨੇ ਬਿਲਕੁਲ ਓਪਨਲੀ ਦੱਸੀਆਂ ਨੇ ਕਿ ਆਹ ਕੁਛ ਚੀਜ਼ਾਂ ਉਹ ਪਾਉਂਦੇ ਨੇ
ਤੇ ਜਿਹਨੂੰ ਕਿਸੇ ਨੂੰ ਅਵੇਲੇਬਲ ਨਹੀਂ ਹੈ ਜਾਂ ਜਿਹੜਾ ਐਂ ਕਹਿ ਲਓ ਕਿ ਜਿਹਦੇ ਕੋਲੇ ਸਮਾਂ ਘੱਟ ਹੈ ਅੱਜ ਦੀ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ, ਤਾਂ ਡਾਕਟਰ ਸਾਹਿਬ ਨਾਲ ਸੰਪਰਕ ਵੀ ਕਰ ਸਕਦਾ। ਇਹਨਾਂ ਦੇ ਫਨ ਵਿਲਾ ਦੇ ਵਿੱਚ ਵਿਜ਼ਿਟ ਵੀ ਕਰ ਸਕਦੇ ਨੇ ਅਪੁਆਇੰਟਮੈਂਟ ਲੈ ਕੇ। ਪਟਿਆਲਾ ਦੇ ਵਿੱਚ ਸਥਿਤ ਹੈ ਇਹਨਾਂ ਦੀ ਬਿਲਡਿੰਗ। ਇਹ ਬਿਲਡਿੰਗ ਜਦੋਂ ਪਟਿਆਲਾ ਤੋਂ ਸੰਗਰੂਰ ਨੂੰ ਜਾਂਦੇ ਹਾਂ ਅਸੀਂ, ਨਵੇਂ ਬਾਈਪਾਸ ਦੇ ਉੱਤੇ 11.2 ਕਿਲੋਮੀਟਰ ਦੀ ਦੂਰੀ ਤੇ ਹੈ ਜੀ। ਇਹ ਡਕਾਲਾ ਰੋਡ ਇੱਥੋਂ ਬਾਈਸੈਕਟ ਕਰਦੀ ਹੈ, ਯਾਨੀ ਕਿ ਡਕਾਲਾ ਰੋਡ ਜਦੋਂ ਅਸੀਂ ਹਾਈਵੇ ਤੇ ਚੜ੍ਹੇ ਹੋਏ ਹਾਂ ਤਾਂ ਨੀਚੇ ਲਿਖਿਆ ਹੁੰਦਾ ਕਿ ਡਕਾਲਾ ਇਸ ਪਾਸੇ ਜਾਂਦਾ, ਤਾਂ ਸੱਜੇ ਪਾਸੇ ਤੁਹਾਨੂੰ ਬਿਲਡਿੰਗ ਬਹੁਤ ਵੱਡੀ ਦਿਖਦੀ ਹੈ ਜਦੋਂ ਤੁਸੀਂ ਪਟਿਆਲਾ ਤੋਂ ਸੰਗਰੂਰ ਵੱਲ ਨੂੰ ਜਾਂਦੇ ਹੋ ਨਵੇਂ ਬਾਈਪਾਸ ਤੇ। ਮੈਨੂੰ ਲੱਗਦਾ ਹੈ ਕਿ ਜੇ ਇਸ ਹਕੀਮ ਦੀਆਂ, ਇਸ ਸਿਆਣੇ ਹਕੀਮ ਦੀਆਂ ਉਹ ਗੱਲਾਂ ਤੁਹਾਨੂੰ ਸੱਚੀਆਂ ਸੁੱਚੀਆਂ ਪਸੰਦ ਆਈਆਂ ਨੇ ਤਾਂ ਇਸ ਐਪੀਸੋਡ ਨੂੰ ਜ਼ਰੂਰ ਪ੍ਰਚਾਰਿਓ, ਜ਼ਰੂਰ ਇਹਨੂੰ ਸ਼ੇਅਰ ਕਰਿਓ ਔਰ YouTube ਦੇ ਵਿੱਚ ਕਮੈਂਟਸ ਜ਼ਰੂਰ ਕਰਿਓ, ਕਿਉਂਕਿ ਕਮੈਂਟ ਬਾਕਸ 'ਚ ਤੁਹਾਡੇ ਕਮੈਂਟ ਪੜ੍ਹ ਕੇ ਅਸੀਂ ਅਗਲੇ ਐਪੀਸੋਡ ਵੀ ਸੋਚ ਸਕਦੇ ਹਾਂ ਕਿ ਲੋਕਾਂ ਨੂੰ ਇਸ ਚੀਜ਼ ਦੀ ਜ਼ਰੂਰਤ ਹੈ, ਤੇ ਨਾਲ ਹੀ ਅਸੀਂ ਇਹ ਵੀ ਸੋਚ ਸਕਦੇ ਹਾਂ ਕਿ ਇਸ ਐਪੀਸੋਡ 'ਚ ਕੀ ਕਮੀ ਰਹਿ ਗਈ ਹੈ, ਉਹਦਾ ਜਵਾਬ ਅਸੀਂ ਅਗਲੇ ਐਪੀਸੋਡ 'ਚ ਦੇਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ। ਧੰਨਵਾਦ ਜੀ ਡਾਕਟਰ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। E5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।